ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। हम मैले तुम उजल करते, हम निर्गुण तू दाता। हम मूरख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, बाणी गुरु गुरु है बाणी। विच बाणी अमृत सारे, गुर बाणी कह सेवक जन मानै। पर तख गुरु निस्तारे। सतनाम। वाहिगुरु साहिब जीओ। श्लोक महला पहला। मारू मीना तृपत्या, अग्गी लह ना भुख। राजा राज ना तृपत्या, साहिर परे के सुख। नानक सच्चे नाम की, केती पुछा पुछ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਸਹਿਜ ਪਾਠ ਦੀ ਲੜੀ ਮਾਝ ਦੇ ਵਿੱਚ ਮਾਝ ਰਾਗ 'ਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਾਰ ਮਾਝਕੀ ਦੀ, ਇਹਦੇ ਨਾਲ ਆਪ ਜੀ ਨੇ 23ਵੀਂ ਪੌੜੀ ਦੇ ਨਾਲ ਦੇ ਸ਼ਲੋਕ ਦੀ ਭਾਈ ਸਾਹਿਬ ਜੀ ਦੀ ਰਸਨਾ ਤੋਂ ਬਾਣੀ ਸ਼ਬਦ ਸਰਵਣ ਕੀਤਾ ਹੈ। ਆਓ ਵਿਚਾਰਾਂ ਵੱਲ ਤੁਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮਿਹਰਮਤ ਬਖਸ਼ਿਸ਼ ਕਰਨ, ਅੰਗੀਕਾਰ ਕਰਨ, ਆਪ ਵਿੱਚ ਵਰਤ ਕੇ ਸ਼ਬਦ ਦੀ ਵਿਚਾਰ ਕਰਾਉਣ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਜਿਹੜੀ ਵਾਰ ਹੈ, ਇਸ ਵਾਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਪੌੜੀਆਂ ਨੇ, ਪਰ ਨਾਲ ਸ਼ਲੋਕ ਜਿਹੜੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਹੋਰ ਗੁਰੂ ਸਾਹਿਬਾਨਾਂ ਦੇ, ਜਿਵੇਂ ਮਹੱਲਾ ਦੂਜਾ ਮਹੱਲਾ ਤੀਜਾ, ਇਹ ਰਲਾਏ ਨੇ। ਔਰ ਇਹ ਲੰਮੇਰੀ ਵਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਨੇ, ਪਰ ਪੌੜੀਆਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ ਨੇ, ਅਤੇ ਨਾਲ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੇ ਨੇ। ਜਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਬਾਣੀ ਦੇ ਸੰਪਾਦਨ ਦਾ ਕਾਰਜ ਕੀਤਾ, ਜਿੰਨੇ ਕੁ ਸ਼ਲੋਕ ਗੁਰੂ ਸਾਹਿਬਾਨਾਂ ਦੇ ਮੌਜੂਦ ਸਨ ਉਹ 12 ਦੇ ਨਾਲ ਲਗਾ ਦਿੱਤੇ, ਜਿਹੜੀਆਂ 22 ਵਾਰਾਂ ਨੇ। ਔਰ ਜਿਹੜੇ ਸ਼ਲੋਕ ਹੋਰ ਸਨ, ਜਿਹਨੂੰ ਅਸੀਂ ਕਹਿੰਦੇ ਹਾਂ ਵੱਧ ਵਾਰਾਂ ਅਤੇ ਵਧੀਕ ਸ਼ਲੋਕ, ਵਾਰਾਂ ਅਤੇ ਵਧੀਕ ਸ਼ਲੋਕ ਸਨ, ਉਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਗੁਰੂ ਸਾਹਿਬਾਨਾਂ ਦੇ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਲੋਕ ਵੀ ਪਾਏ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਵਾਰਾਂ ਵਿੱਚ ਨਹੀਂ ਨੇ, ਕਿਉਂਕਿ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ, ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪਾਇਆ
ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਣੀ ਦੀ ਵਿਉਂਤ ਜਿਹੜੀ ਪਿੱਛੇ ਬਣੀ ਸੀ ਪੰਚਮ ਪਾਤਸ਼ਾਹ ਵੱਲੋਂ, ਉਸ ਬਾਣੀ ਦੀ ਵਿਉਂਤ ਨੂੰ ਛੇੜਿਆ ਨਹੀਂ। ਕਿਸੇ ਵੀ ਵਾਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨਹੀਂ ਪਾਏ, ਬਲਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਨੂੰ ਰਾਗਾਂ ਦੇ ਵਿੱਚ ਲਿਖ ਦਿੱਤਾ। ਇੱਕ ਰਾਗ ਵੀ ਜੈ ਜੈਵੰਤੀ ਪਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਵਾਲਾ, ਪਰ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਲੋਕ ਸਨ, ਉਹ ਸ਼ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਭ ਤੋਂ ਪਿੱਛੇ, ਭਾਵ ਸਾਰੀ ਬਾਣੀ ਤੋਂ ਬਾਅਦ, ਸਾਰੇ ਸ਼ਲੋਕਾਂ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਦਰਜ ਕੀਤੇ। ਸੋ ਇਹ ਸੰਪੂਰਨ ਬਾਣੀ ਦਾ ਸੱਚ ਆਪ ਸੰਗਤਾਂ ਸਰਵਣ ਕਰ ਰਹੇ ਹੋ। ਮਾਰੂ ਇਹ ਰਾਗ, ਮਾਰੂ ਰਾਗ ਵੀ ਹੈ, ਪਰ ਮਾਰੂ ਮੀਨਾ ਤ੍ਰਿਪਤਿਆ, ਇੱਥੇ ਮਾਰੂ ਦਾ ਮਤਲਬ ਰਾਗ ਨਹੀਂ ਹੈ। ਇਹ ਜਿਹੜੀ ਮਾਝ ਦੀ ਵਾਰ ਹੈ, ਜਿਵੇਂ ਆਸਾ ਕੀ ਵਾਰ ਦੀ ਪੌੜੀਆਂ ਦਾ ਮਜ਼ਮੂਨ ਬਿਲਕੁਲ ਇੱਕੋ ਜਿਹਾ ਚੱਲਦਾ ਹੈ, ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਦਾ, ਉਹਦੇ ਵਿੱਚ ਆਉਣ ਵਾਲੇ ਵਿਘਨ, ਮਨੁੱਖਾਂ ਦੀਆਂ ਕਿਰਤ ਕਮਾਈਆਂ ਜਾਂ ਕਿਰਤ ਕਰਕੇ ਕੀਤੇ ਜਾਣ ਵਾਲੇ ਪਾਪਾਂ ਦੀਆਂ ਸਜ਼ਾਵਾਂ, ਜਾਂ ਇੱਥੇ ਤੇ ਉਸ ਪਾਰਬ੍ਰਹਮ ਦੀ ਦਰਗਾਹ 'ਚ ਜੋ ਸੱਚ ਵਰਤਣਾ ਉਹ ਦੱਸਿਆ। ਇਵੇਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਸ ਵਾਰ ਦੀਆਂ ਪੌੜੀਆਂ ਇੱਕੋ ਵਾਰ ਉਚਾਰੀਆਂ ਹੋਈਆਂ ਨੇ ਔਰ ਉਹਨਾਂ ਦਾ ਮਜ਼ਮੂਨ ਇੱਕੋ ਜਿਹਾ ਹੈ, ਪਰ ਜਿਹੜੇ ਸ਼ਲੋਕ ਨੇ ਉਹ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਵੱਲੋਂ ਵੱਖ-ਵੱਖ ਪਾਏ ਗਏ ਨੇ, ਜਿਹੜੇ ਵੱਖ-ਵੱਖ ਥਾਵਾਂ 'ਤੇ ਉਚਾਰਨ ਕੀਤੇ ਨੇ ਗੁਰੂ ਨਾਨਕ ਸਾਹਿਬ ਨੇ। ਇਹਦੀ ਖੂਬਸੂਰਤੀ ਇਹ ਹੈ ਕਿ ਕਦੀ ਗੁਰੂ ਨਾਨਕ ਸਾਹਿਬ ਜੀ ਪੰਡਤ ਬ੍ਰਾਹਮਣ ਦੇ ਨਾਲ ਗੋਸ਼ਟ ਕਰ ਰਿਹਾ ਤੇ ਉਹ ਸ਼ਲੋਕ ਇਹਦੇ ਵਿੱਚ ਨੇ, ਕਿੱਥੇ ਸਿੱਧਾਂ ਦੇ ਨਾਲ ਗੋਸ਼ਟ ਕਰ ਰਿਹਾ ਉਹ ਸ਼ਲੋਕ ਇੱਥੇ ਨੇ, ਜਾਂ ਸਤਿਗੁਰ ਜਦ ਸਰੇਵੜਿਆਂ ਦੇ ਨਾਲ, ਜੈਨੀਆਂ ਦੇ ਨਾਲ ਗੋਸ਼ਟ ਕਰ ਰਿਹਾ, ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਜਿਹੜੇ ਸ਼ਲੋਕ ਉਚਾਰੇ ਨੇ ਉਹ ਵੀ ਇਹਨਾਂ ਵਾਰ ਦੀ ਪੌੜੀਆਂ ਦੇ ਨਾਲ ਨੇ। ਆਓ ਜੀ ਇਹ 23ਵੀਂ ਜਿਹੜੀ ਪੌੜੀ ਹੈ ਉਹਦੇ ਨਾਲ ਦੇ ਲੱਗਦੇ ਸ਼ਲੋਕ ਦੀ ਵਿਚਾਰ ਸ਼ੁਰੂ ਕਰੀਏ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ। ਮਾਰੂ, ਮਾਰੂ ਦਾ ਮਤਲਬ ਹੈ ਮਰੂਥਲ, ਜਿਹਨੂੰ ਅਸੀਂ ਕਹਿੰਦੇ ਹਾਂ ਡੈਜ਼ਰਟ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁੱਖ। ਕਹਿੰਦੇ ਮਰੂਥਲ 'ਤੇ ਜਿੰਨਾ ਮਰਜ਼ੀ ਮੀਂਹ ਪੈ ਜਾਏ, ਕਦੀ ਮਰੂਥਲ ਦਾ ਰੇਤਾ ਐਂ ਗੁੜ ਝੋ ਕੇ ਕਹਿੰਦਾ ਕਿ ਉਹ ਚਿੱਕੜ ਨਹੀਂ ਬਣ ਜਾਂਦਾ, ਐਵੇਂ ਉਹ ਰੱਜਦਾ ਨਹੀਂ ਹੈ। ਮਰੂਥਲ ਫਿਰ ਸੁੱਕੇ ਦਾ ਸੁੱਕਾ, ਮੀਂਹ ਪੈ ਕੇ ਹਟਿਆ ਮਰੂਥਲ ਫਿਰ ਮਰੂਥਲ ਦਾ ਮਰੂਥਲ। ਇਹ ਨਹੀਂ ਕਿ ਹਜ਼ਾਰਾਂ ਸਾਲ ਮੀਂਹ ਪੈ ਜਾਏ ਤੇ ਮਰੂਥਲ ਦੀ ਮਿੱਟੀ ਉਪਜਾਊ ਹੋ ਜਾਏ। ਮਹਾਰਾਜ ਕਹਿੰਦੇ ਮਰੂਥਲ ਦੀ ਮਿੱਟੀ ਭਾਵੇਂ ਜਿੰਨਾ ਮਰਜ਼ੀ ਮੀਂਹ ਪੈ ਜਾਏ, ਮਾਰੂ ਮੀਂਹ ਨਾ ਤ੍ਰਿਪਤਿਆ, ਮੀਂਹ ਦੇ ਨਾਲ ਤਿਪਦਾ ਨਹੀਂ ਹੈ। ਅੱਗੀ ਲਹੈ ਨਾ ਭੁੱਖ, ਜੰਗਲ ਵਿੱਚ ਲੱਗੀ ਹੋਈ ਅੱਗ ਲੱਕੜਾਂ ਤੋਂ ਰੱਜਦੀ ਨਹੀਂ ਹੈ। ਅੱਗ ਦੀ ਭੁੱਖ ਕਦੀ ਅੱਗ ਇਹ ਨਹੀਂ ਕਹਿੰਦੀ, ਅੱਗ ਕਦੀ ਆਪੇ ਨਹੀਂ ਬੁਝ ਕੇ ਕਹਿੰਦੀ ਮੈਂ ਰੱਜ ਗਈਆਂ। ਜੇ ਲੱਕੜਾਂ ਹੋਰ ਨੇ ਤੇ ਉਹ ਸਾੜੀ ਜਾਂਦੀ ਹੈ। ਜਿਵੇਂ ਮਰੂਥਲ ਪਾਣੀ ਤੋਂ ਨਹੀਂ ਰੱਜਦਾ, ਅੱਗ ਈਂਧਣ ਤੋਂ ਨਹੀਂ ਰੱਜਦੀ, ਸੜਦੀ ਰਹਿੰਦੀ ਹੈ, ਬਲਦੀ ਰਹਿੰਦੀ ਹੈ। ਅੱਗੇ ਸਾਹਿਬ ਜੀ ਕਹਿੰਦੇ ਰਾਜਾ ਰਾਜ ਨਾ ਤ੍ਰਿਪਤਿਆ, ਇਸ ਧਰਤੀ ਦੇ ਜਿੰਨੇ ਰਾਜੇ ਨੇ, ਜਿੰਨੇ ਬਾਦਸ਼ਾਹ ਨੇ, ਜਿੰਨੇ ਮਰਜ਼ੀ ਉਹ ਭਾਵੇਂ ਉਮਰਾਂ ਦੇ ਉਮਰ ਰਾਜ ਕਰ ਲੈਣ, ਭਾਵੇਂ ਉਹ ਆਪਣੀ ਪੁਸ਼ਤਾਂ ਦੇ ਪੁਸ਼ਤ ਰਾਜ ਕਰ ਲੈਣ, ਗੁਰੂ ਸਾਹਿਬ ਜੀ ਦਾ ਇਹ ਨਿਰਣਾ ਕਿ ਰਾਜਾ ਕਦੀ ਵੀ ਰਾਜ ਤੋਂ ਨਹੀਂ ਤ੍ਰਿਪਤਿਆ, ਥੱਕਦਾ ਨਹੀਂ ਹੈ ਉਹ ਰਾਜ ਕਰ ਕਰਕੇ। ਸਾਇਰ ਭਰੇ ਕਿ ਸੁੱਕ, ਕਿ ਕਹਿੰਦੇ ਸਮੁੰਦਰ ਜਿਹੜੇ ਭਰੇ ਹੋਏ ਨੇ, ਕਹਿੰਦੇ ਕੌਣ ਇਹਨਾਂ ਨੂੰ ਸੁਕਾ ਦੇਗਾ। ਭਰੇ ਹੋਏ ਸਮੁੰਦਰਾਂ ਨੂੰ ਕੋਈ ਸੁਕਾ ਸਕਦਾ? ਨਾ ਕੋਈ ਮਰੂਥਲ ਰਜਾ ਸਕਦਾ, ਨਾ ਕੋਈ ਅੱਗ ਦੀ ਬਿਰਤੀ ਨੂੰ ਈਂਧਣ ਦੇ ਦੇ ਕੇ ਰਜਾ ਸਕਦੇ ਆ, ਨਾ ਤ੍ਰਿਪਤਿਆ ਰਾਜਾ ਕਦੀ ਕੋਈ ਰਾਜ ਕਰ ਕਰਕੇ, ਤੇ ਨਾ ਕੋਈ ਇੱਥੇ ਭਰੇ ਹੋਏ ਸਮੁੰਦਰ ਕੋਈ ਸੋਕ ਸਕਿਆ। ਇਸੀ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਹਿੰਦੇ, ਬਖਸ਼ਿਸ਼ ਕਰਦੇ, ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ। ਇਹਦਾ ਮਤਲਬ ਇਹ ਹੈ ਕਿ ਸੱਚੇ ਨਾਮ ਦੀ ਜਿਹਦੇ ਅੰਦਰ ਪਾਰਬ੍ਰਹਮ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇਹ ਬਿਰਤੀ ਪੈਦਾ ਹੋ ਗਈ ਕਿ ਮੈਂ ਜਪਣਾ, ਮੈਂ ਉਹਨੂੰ ਧਿਆਉਣਾ ਹੈ, ਫਿਰ ਸੱਚੇ ਨਾਮ ਦੀ ਵੀ ਉਹਦੇ ਅੰਦਰ ਜਪਣ ਦੀ ਭੁੱਖ ਕਦੀ ਮਿਟਦੀ ਨਹੀਂ ਹੈ। ਸਤਿਗੁਰੂ ਜੀ ਨੇ ਜੀਵਨ ਦੇ ਦੁਨੀਆ ਦੇ ਉਦਾਹਰਣ ਲੈ ਕੇ ਭਗਤਾਂ ਦੀ ਬਿਰਤੀ ਨੂੰ ਆਖਿਆ ਕਿ ਭਗਤ ਕਿਵੇਂ ਇੰਨਾ ਜਪ ਲੈਂਦੇ ਹੈ। ਔਰ ਸੱਚੀ ਗੱਲ ਹੈ, ਕਹਿੰਦੇ ਭਗਤ ਕਰੇ ਮਰਜੀਵੜੇ, ਕਹਿੰਦੇ ਉਹ ਮਰਜੀਵੜੇ ਹੁੰਦੇ ਆ, ਉਹਨਾਂ ਦੀ ਕੀਤੀ ਭਗਤ ਸਦਾ ਹੀ ਸੱਚ ਹੁੰਦੀ ਹੈ, ਕਿਉਂਕਿ ਉਹ ਦਿਨ ਰਾਤ ਧਿਆਉਂਦੇ ਨੇ ਤੇ ਧਿਆ ਕੇ ਰੱਜਦੇ ਨੇ। ਮਹਾਰਾਜ ਕਹਿੰਦੇ ਕਦੀ ਮਰੂਥਲ ਰਜਿਆ ਪਾਣੀ ਨਾਲ, ਕਦੀ ਅੱਗ ਰਜੀ ਹੈ ਈਂਧਣ ਨਾਲ, ਕਦੀ ਰਾਜਾ ਰਜਿਆ ਰਾਜ ਕਰ ਕਰਕੇ, ਨਾ ਕਦੀ ਸਮੁੰਦਰ ਕੋਈ ਸੁਕੋ ਸਕਿਆ। ਇਸ ਕਰਕੇ ਨਾ ਭਗਤ ਕਦੀ ਰੱਬ ਨੂੰ ਜਪ ਕੇ ਰੱਜਦੇ ਨੇ।
ਤੇ ਨਾ ਉਹਨਾਂ ਦੇ ਅੰਦਰੋਂ ਭਰੀ ਹੋਈ ਬੰਦਗੀ ਦੀ ਕੋਈ ਭਾਵਨਾ ਖਿੱਚ ਕੇ ਸੋਕ ਸਕਦਾ ਹੈ। ਇਹ ਕੋਈ ਕਿ ਮੈਂ ਦੁਨੀਆ ਦੇ ਤੈਨੂੰ ਸੱਚ ਦਿਖਾ ਦਾਂ ਤੇ ਤੂੰ ਭਗਤੀ ਛੱਡ ਦੇ, ਉਹ ਨਹੀਂ। ਭਗਤ ਇਸ ਤਰ੍ਹਾਂ ਕਹਿੰਦੇ, ਤੇਰੀ ਭਗਤ ਨਾ ਛੋਡੂੰ ਭਾਵੇਂ ਲੋਕ ਹੱਸੈ। ਉਹ ਕਹਿੰਦੇ ਭਾਵੇਂ ਇਹ ਕਰ ਲਓ। ਭਗਤ ਇਹ ਕਹਿੰਦੇ ਆ, ਨਹੀਂ ਛੋਡੂੰ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ। ਇਸ ਕਰਕੇ ਨਾਨਕ ਸੱਚੇ ਨਾਮ ਦਾ ਮਤਲਬ ਹੈ ਵਾਹਿਗੁਰੂ ਜੀ ਦੇ ਨਾਮ ਦੀ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ, ਮਾਧੋ ਜਲ ਕੀ ਪਿਆਸ ਨਾ ਜਾਏ। ਜਿਵੇਂ ਜਲ ਕਦੀ ਬੰਦਾ ਰੱਜ ਜਾਂਦਾ ਹੈ, ਜਲ ਮੈਂ ਅਗਨ ਉਠੀ ਅਧਕਾਏ। ਕਹਿੰਦੇ ਜਿਵੇਂ ਜਲ ਦੇ ਅੰਦਰ ਭਾਵ ਕਿ ਇੱਕ ਵਾਰੀ ਪੀ ਕੇ ਅਸੀਂ ਕਹਿੰਦੇ ਹਾਂ ਕਦੀ ਰੱਜ ਜਾਂਦੇ ਹਾਂ, ਨਹੀਂ, ਵਾਰੀ ਵਾਰੀ ਸਾਨੂੰ ਪਾਣੀ ਚਾਹੀਦਾ ਹੁੰਦਾ ਹੈ। ਇਸੇ ਤਰ੍ਹਾਂ ਜਿਉਂ-ਜਿਉਂ ਭਗਤ ਬੰਦਗੀ ਕਰਦਾ ਤਿਉਂ-ਤਿਉਂ ਉਹਦੇ ਅੰਦਰ ਹੋਰ ਪਿਆਸ ਪੈਦਾ ਹੁੰਦੀ ਹੈ ਕਿ ਮੈਂ ਕੱਲ੍ਹ ਇੰਨੀ ਕੀਤੀ, ਅੱਜ ਮੈਂ ਹੋਰ ਵੱਧ ਕਰਾਂ। ਕੱਲ੍ਹ ਮੇਰਾ ਪ੍ਰੇਮ ਵਾਹਿਗੁਰੂ ਨਾਲ ਇੰਨਾ ਸੀ, ਕੱਲ੍ਹ ਇੰਨਾ ਵਿਸ਼ਵਾਸ ਸੀ, ਮੈਂ ਹੋਰ ਵਧਾਵਾਂ। ਇਸ ਤਰ੍ਹਾਂ ਇਹ ਵਿਸ਼ਵਾਸ, ਇਹ ਬੰਦਗੀ ਕੀਤੀ ਪੁੱਛਾ ਪੁੱਛ ਦਾ ਮਤਲਬ ਵਾਹਿਗੁਰੂ ਦੇ ਨਾਲ ਪ੍ਰੇਮ ਦੀ ਗੱਲ ਕਦੀ ਘਟਦੀ ਨਹੀਂ ਹੈ ਜੀ। ਮਹਿਲਾ ਦੂਜਾ ਨਿਫਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਤਾਰ। ਇਹ ਸ਼ਲੋਕ ਸੰਸਕ੍ਰਿਤੀ ਦੇ ਵਿੱਚ ਵੀ ਹੈ, ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਵੀ ਇਹ ਸ਼ਲੋਕ ਹੈਗਾ, ਬਿਲਕੁਲ ਅੱਗੇ ਹੀ ਹੈ ਸ਼ੁਰੂਆਤ 'ਚ ਬਾਣੀ ਦੀ। ਇਹ ਸ਼ਲੋਕ ਇੱਥੇ ਵੀ ਪਿਆ ਹੋਇਆ 148 ਅੰਗ 'ਤੇ। ਮਹੱਲਾ ਦੂਜਾ ਧੰਨ ਗੁਰੂ ਅੰਗਦ ਸਾਹਿਬ ਜੀ ਦਾ। ਸਾਹਿਬ ਜੀ ਕਹਿੰਦੇ, ਸਿੱਖੋ ਜਦ ਤੁਸੀਂ ਗੁਰੂ ਕੋਲ ਆਏ, ਸਮਝੋ ਦਿਨ ਸਫਲ ਹੋਇਆ, ਘੜੀ ਸਫਲ ਹੋਈ, ਉਹ ਸਮਾਂ ਸਫਲ ਹੋਇਆ। ਪਰ ਇੰਨਾ ਨਾ ਸੋਚੋ ਇਹ ਇਕੱਲਾ ਦਿਨ, ਘੜੀ ਜਾਂ ਸਮਾਂ ਸਫਲ ਹੋਇਆ, ਸਮਝੋ ਗੁਰੂ ਦੀ ਕਿਰਪਾ ਹੋਈ, ਜੀਵਨ ਹੀ ਸਫਲ ਹੋ ਗਿਆ। ਗੁਰੂ ਕੋਲ ਆਉਣਾ, ਇਹ ਥਾਂ 'ਤੇ ਆਉਣਾ, ਗੁਰੂ ਘਰ ਆਉਣਾ ਜਾਂ ਗੁਰੂ ਦੀ ਬੰਦਗੀ ਲਈ ਆਉਣਾ, ਉਸ ਵੇਲੇ ਨੂੰ ਕੁਰਬਾਨ ਜਾਓ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਕਿਉਂਕਿ ਉਸ ਵੇਲੇ ਨੇ ਹੀ ਅੱਗੇ ਆਉਣ ਵਾਲੇ ਸਾਡੇ ਸਮੇਂ ਨੂੰ ਸਵਾਰਨਾ ਹੈ। ਜੇ ਇਹ ਵੇਲਾ ਹੀ ਨਾ ਹੋਏ ਤਾਂ ਅੱਗੇ ਆਉਣ ਵਾਲਾ ਸਮਾਂ ਕਿਹੜਾ ਹੋਏਗਾ। ਪਰ ਜਿਹਨੂੰ ਇਹ ਵੇਲਾ ਪ੍ਰਵਾਨ ਨਹੀਂ ਹੋਇਆ ਬੰਦਗੀ ਦਾ, ਮਹਾਰਾਜ ਕਹਿੰਦੇ ਨਿਹਫਲੰਗ, ਉਹਨਾਂ ਦਾ ਜੀਵਨ ਬਿਨਾਂ ਕਿਸੇ ਲਾਹੇ ਦਾ ਹੈ, ਉਹਨਾਂ ਦਾ ਜੀਵਨ ਵਿਅਰਥ ਹੈ, ਫਲ ਤੋਂ ਬਿਨਾਂ ਹੈ। ਤਸ ਦਾ ਮਤਲਬ ਉਹਨਾਂ ਦਾ, ਤਿਨਾਂ ਦਾ, ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ, ਇਹ ਵੇਲੇ ਦੀ ਸੋਝੀ ਨਹੀਂ ਆਈ। ਨੇਫਲੰਗ ਤਸ ਜਨਮਸ, ਉਹਨਾਂ ਦਾ ਜਨਮ ਨੇਫਲ ਹੈ। ਜਾਵਤ ਬ੍ਰਹਮ ਨਾ ਬਿੰਦਤੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦਾ ਪ੍ਰੇਮ ਹੀ ਨਾ ਪੈਦਾ ਹੋਇਆ, ਜਿਨ੍ਹਾਂ ਨੇ ਅੰਦਰ ਬਿੰਦਿਆ ਹੀ ਨਹੀਂ, ਚੇਤਾ ਹੀ ਨਹੀਂ ਕੀਤਾ। ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ, ਉਹ ਦੁਨੀਆ ਦੇ ਬੰਦਿਆ ਮੈਂ ਤੈਨੂੰ ਇਸ ਲਈ ਬੰਦਗੀ ਕਰਨ ਲਈ ਕਹਿੰਦਾ। ਗੁਰੂ ਅੰਗਦ ਸਾਹਿਬ ਕਹਿੰਦੇ ਕਿ ਇਹ ਸੰਸਾਰ ਸਾਗਰ ਅੱਗ ਦਾ ਭਰਿਆ ਹੋਇਆ। ਇਸ ਸੰਸਾਰ ਸਾਗਰ ਵਿੱਚ ਜੇ ਤੈਨੂੰ ਕੋਈ ਬਚਾ ਸਕਦਾ ਹੈ, ਉਹ ਗੁਰੂ ਦੀ ਕਿਰਪਾ ਹੀ ਬਚਾ ਸਕਦੀ ਹੈ। ਗੁਰ ਪ੍ਰਸਾਦੀ ਤਰਹਿ ਕੇ, ਗੁਰੂ ਤਾਰਨ ਹਾਰਿਆ, ਗੁਰ ਤਾਰਨ ਵਾਲਾ ਹੈ। ਗੁਰ ਤਰਨ ਆਪ ਵੀ ਤਰਿਆ ਤੇ ਦੂਜਿਆਂ ਨੂੰ ਵੀ ਤਾਰਦਾ। ਇਸ ਕਰਕੇ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ। ਤੂੰ ਭਾਵੇਂ ਰੱਬ ਤੋਂ ਟੁੱਟਿਆ, ਗੁਰੂ ਤੋਂ ਟੁੱਟਿਆ, ਜਿੰਨੀ ਮਰਜ਼ੀ ਜੀਵਨ ਬਤੀਤ ਕਰ ਲੈ, ਤੈਨੂੰ ਲੱਗਦਾ ਮੈਂ ਸਭ ਤੋਂ ਵੱਡਾ, ਮੈਂ ਸਭ ਤੋਂ ਸੁਖੀ, ਪਰ ਕਰਨ ਵਾਲਾ ਉਹ ਕਰਤਾਰ ਹੈ। ਜਿੰਨਾ ਚਿਰ ਤੱਕ ਕਰਤਾਰ ਦਾ ਸਿਮਰਨ ਨਹੀਂ ਕਰੇਗਾ, ਉਨਾ ਚਿਰ ਤੱਕ ਉਹਦੇ ਭਾਣੇ ਦੀ ਸੋਝੀ ਨਹੀਂ ਪਏਗੀ। ਕਿਉਂਕਿ ਕਹੋ ਨਾਨਕ ਵਿਚਾਰ, ਅੰਤਮ ਵਿਚਾਰ ਇਹ ਹੈ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਉਹਦੇ ਵਸ ਸਭ ਕੁਛ ਹੈ, ਜਿਨੇ ਸਾਰੀ ਸ੍ਰਿਸ਼ਟੀ, ਸਾਰੀ ਤਾਕਤਾਂ ਨੂੰ, ਕਲਾਵਾਂ ਨੂੰ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਜੇ ਸਿਮਰਨ ਬੰਦਗੀ ਨਹੀਂ ਕਰੇਗਾ, ਫਿਰ ਰੱਬ ਦੇ ਭਾਣੇ ਨੂੰ ਨਹੀਂ ਸਮਝ ਸਕੇਗਾ। ਉਹਦੇ ਭਾਣੇ ਤੋਂ ਬਿਨਾਂ, ਉਹਦੇ ਭਾਣੇ ਨੂੰ ਸਮਝੇ ਬਿਨਾਂ ਤੂੰ ਉਜੜ ਪੈ ਜਾਏਗਾ ਅਤੇ ਜੀਵਨ ਵਿੱਚ ਨਿਰਾਸ਼ ਹੋ ਕੇ ਆਪਣੇ ਜੀਵਨ ਨੂੰ ਸੱਚੀ ਮੁੱਚੀ ਬਹੁਤ ਜ਼ਿਆਦਾ ਅਦਲੀ ਵਾਲੀ ਭਾਵਨਾ, ਬਹੁਤ ਜ਼ਿਆਦਾ ਇਸ ਤਰ੍ਹਾਂ ਨਿਰਾਸ਼ਤਾ ਦੇ ਵਿੱਚ ਜੀਵਨ ਬਤੀਤ ਕਰੇਗਾ, ਫਿਰ ਤੇਰਾ ਕੋਈ ਆਸਰਾ ਨਹੀਂ ਹੋਣਾ ਜੀ। ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ
कमल विगसिया खसमो पूरा पाए मनोरहस्या दुश्मन कड्डे मार सज्जन सरसिया सच्चा सतगुर सेवन सच्चा मार्ग दसिया सच्चा शब्द विचार काल विधुसिया ढाडी कथे अकथ शब्द सवारिया नानक गुण गहरास हर जियो मिले प्यारिया। पौड़ी सतगुरु गुरु नानक साहब महाराज जी दी है। नमस्कार गुरुदेव गुरु नानक साहब महाराज सच्चे पातशाह जी नूं। सब ते वड्डा सतगुरु नानक जिन कल राखी मेरी खसमै कै दरबार ढाडी वसिया। ਜਿਹੜਾ ਢਾਡੀ ਦਾ ਮਤਲਬ ਹੈ ਜਿਹੜਾ ਉਹਨੂੰ ਧਿਆਉਂਦਾ ਹੈ, ਉਹਨੂੰ ਗਾਉਂਦਾ ਹੈ ਵਾਹਿਗੁਰੂ ਨੂੰ, ਉਹ ਵਾਹਿਗੁਰੂ ਵਰਗਾ ਹੀ ਹੋ ਜਾਂਦਾ ਹੈ। ਉਹਦੀ ਸੋਝੀ, ਉਹਦੀ ਸਮਝ, ਉਹਦੀ ਚਿੰਤਨ ਸ਼ਕਤੀ ਉਹ ਵਾਹਿਗੁਰੂ ਜੀ ਵਰਗੀ ਹੋ ਜਾਂਦੀ ਹੈ। ਉਹ ਪ੍ਰਭੂ ਦੇ ਦਰਬਾਰ ਵਿੱਚ ਵਸ ਜਾਂਦਾ ਹੈ। ਉਹਦੇ ਵਿੱਚ ਕੋਈ ਭੇਤ ਨਹੀਂ ਰਹਿੰਦਾ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੱਚਾ ਖਸਮ ਕਲਾਣ, ਕਲਾਣ ਦਾ ਮਤਲਬ ਹੈ ਬੋਲਣਾ, ਧਿਆਉਣਾ, ਜਪਣਾ, ਜਪਾਉਣਾ, ਸੁਣਾਉਣਾ ਅਤੇ ਸਦਾ ਹੀ ਜਪ ਦੇ ਵਿੱਚ ਧਿਆਈ ਜਾਉਣਾ। ਇਹ ਕਲਾਮ ਲਫ਼ਜ਼ ਹੁੰਦੇ ਨਾ, ਜਿਵੇਂ ਅਸੀਂ ਕਹਿੰਦੇ ਕਲਾਮ ਪੜ੍ਹ ਰੱਬ ਦਾ, ਇਵੇਂ ਹੀ ਇਹ ਕਲਾਣ ਹੈ ਕਿ ਰੱਬ ਦਾ ਕਲਾਣ ਭਾਵ ਰੱਬ ਦੀ ਬਾਣੀ ਪੜ੍ਹਿਆ ਕਰ ਭਾਈ। ਨਿਤ ਉੱਠ ਗਾਵੋ ਰੱਬ ਕੀ ਬਾਣੀ, ਸਦਾ ਹੀ ਗਾਵੋ, ਦਿਨ ਵੀ ਗਾ ਰਾਤ ਵੀ ਗਾ। ਸੱਚਾ ਖਸਮ ਕਲਾਣ, ਸੱਚੇ ਖਸਮ ਨੂੰ ਢਾਡੀ ਦੀ ਨਿਸ਼ਾਨੀ ਇਹ ਹੈ ਕਿ ਉਹ ਸੱਚੇ ਖਸਮ ਨੂੰ, ਢਾਡੀ ਦਾ ਮਤਲਬ ਇਹ ਨਹੀਂ ਕਿ ਜਿਹੜੇ ਚਿੱਟੇ ਕੱਪੜੇ ਪਾ ਕੇ ਜਾਂ ਕੁਰਤੇ ਪਜਾਮੇ ਜਾਂ ਜਿਨ੍ਹਾਂ ਨੇ ਨੀਲੀਆਂ ਦਸਤਾਰਾਂ ਜਾਂ ਜਿਨ੍ਹਾਂ ਨੇ ਸਰੰਗੀ ਫੜੀ ਢੱਡ ਵਜਾਇਆ ਜਾਂ ਵੱਧ ਵਾਰਾਂ। ਹਰ ਇੱਕ ਗੁਰੂ ਕਾ ਸਿੱਖ ਗੁਰੂ ਨਾਨਕ ਸਾਹਿਬ ਦੇ ਦਰ ਦਾ ਢਾਡੀ ਹੈ, ਵਾਹਿਗੁਰੂ ਜੀ ਦਾ ਢਾਡੀ ਹੈ, ਉਹਨੂੰ ਧਿਆਉਣ ਵਾਲਾ। ਹਰ ਇੱਕ ਮਨੁੱਖ ਰੱਬ ਨੂੰ ਧਿਆਉਣ ਵਾਲਾ ਉਹਦਾ ਢਾਡੀ ਹੈ। ਸੱਚਾ ਖਸਮ ਕਲਾਣ ਉਹਨੂੰ ਜਪਦਾ। ਕਮਲ ਵਿਗਸਿਆ, ਜਿਹੜਾ ਜਪਦਾ ਉਹਦੇ ਅੰਦਰ ਗਿਆਨ ਰੂਪੀ ਕਮਲ ਖਿੜਦਾ। ਖਸਮੋਂ ਪੂਰਾ ਪਾਏ ਮਨੋ ਰਹੱਸਿਆ, ਉਹਦੇ ਅੰਦਰ ਖਸਮ ਪਾਰ ਬ੍ਰਹਮ ਪਰਮੇਸ਼ਵਰ ਦੇ ਪੂਰੇ ਗੁਣ ਵਸਦੇ ਨੇ। ਫਿਰ ਉਹ ਚਿੱਥਾ ਨਹੀਂ ਪੈਂਦਾ, ਉਹਦੇ ਮੱਥੇ 'ਤੇ ਤ੍ਰਿਕੁਟੀ ਨਹੀਂ ਹੁੰਦੀ। ਕੱਲ੍ਹ ਵੀ ਪੜ੍ਹਿਆ ਸੀ, ਵਿਚਾਰਿਆ ਸੀ। ਉਹ ਅੰਦਰੋਂ ਖਿਜਿਆ ਨਹੀਂ ਹੁੰਦਾ, ਉਹਦੇ ਅੰਦਰੋਂ ਖਿੱਜ ਅਤੇ ਵਾਦ ਖਤਮ ਹੋ ਜਾਂਦਾ। ਉਹ ਰਹੱਸਮਈ ਆਨੰਦ ਵਿੱਚ ਹੁੰਦਾ। ਉਹ ਬਿਸਮ 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 ਹੀ ਭਈਐ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈਐ ਜਿਉਂ ਚਾਖ ਗੁੰਗਾ ਮੁਸਕਾਰੇ। ਇਸ ਆਨੰਦ ਨੂੰ ਮਾਣਦਾ। ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ, ਉਹਦੇ ਅੰਦਰੋਂ ਵਿਕਾਰੀ ਰੂਪੀ ਦੁਸ਼ਮਨ ਆਪ ਹੀ ਭੱਜ ਜਾਂਦੇ ਹੈ। ਨਸ ਵਈਓਂ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਅੰਦਰ ਸੱਜਣ ਸਰਸਿਆ, ਜਿਹੜੇ ਗਿਆਨ ਇੰਦਰੇ ਨੇ ਉਹ ਸੱਜਣ ਬਣ ਜਾਂਦੇ ਨੇ, ਉਹ ਮਨ ਦੇ ਹੁਕਮ ਵਿੱਚ ਆ ਜਾਂਦੇ ਨੇ। ਜੇ ਬੰਦਗੀ ਕੀਤੀ ਫਿਰ ਸਾਰੇ ਇੰਦਰੇ ਵਸ ਵਿੱਚ ਹੁੰਦੇ ਆ ਅਤੇ ਧਿਆਨ ਬੰਦਗੀ ਵਿੱਚ ਹੁੰਦਾ। ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ। ਸੱਚੇ ਸਤਿਗੁਰੂ ਨੂੰ ਪੂਜੇਗਾ ਅਤੇ ਸੱਚਾ ਹੀ ਮਾਰਗ ਪਤਾ ਲੱਗੇਗਾ। ਜੇ ਗੁਰੂ ਜਿਨ੍ਹਾਂ ਕਾ ਅੰਧੁਲਾ ਮਾਰੇ, ਕਹਿੰਦੇ ਸਿੱਖ ਵੀ ਅੰਧੇ ਕਰਮ ਕਰੇਨ। ਜੇ ਗੁਰੂ ਹੀ ਕੱਚਾ ਕਰ ਲਿਆ ਤਾਂ ਫਿਰ ਕੱਚੇ ਹੀ ਉਪਦੇਸ਼ ਮਿਲਣਗੇ। ਜੇ ਸੱਚੇ ਗੁਰੂ ਨਾਲ ਜੁੜਿਆ ਅਤੇ ਸ਼ਾਹ ਮਾਰਗ ਗੁਰੂ ਦੱਸਣਗੇ। ਸੱਚਾ ਸ਼ਬਦ ਵਿਚਾਰ ਕਾਲ ਵਿਦੁਸਿਆ। ਵਿਦੁਸਿਆ ਦਾ ਮਤਲਬ ਕਿ ਖਤਮ ਕਰ ਦੇਣਾ ਕਾਲ ਨੂੰ, ਮੌਤ ਦੇ ਡਰ ਨੂੰ, ਸ਼ਬਦ ਦੀ ਵਿਚਾਰ ਨੂੰ ਖਤਮ ਕਰ ਦਿੱਤਾ। ਸ਼ਬਦ ਦੀ ਵਿਚਾਰ ਨਾਲ ਮੌਤ ਦੇ ਡਰ ਨੂੰ ਬਿਲਕੁਲ ਖਤਮ ਕਰਤਾ। ਢਾਡੀ ਕਥੇ ਅਕਥ ਸ਼ਬਦ ਸਵਾਰਿਆ। ਫਿਰ ਢਾਡੀ ਪਹਿਲਾਂ ਦੁਨੀਆ ਦੀ ਬਾਤਾਂ ਕਰਦੇ ਸਾਂ ਅਸੀਂ, ਪਰ ਹੁਣ ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਉਹਨਾਂ ਨੂੰ ਇਵੇਂ ਹੁੰਦੇ ਹੈ ਕਿ ਕੋਈ ਰੱਬ ਦੀ ਗੱਲ ਹੀ ਸੁਣਾ ਦਿਓ, ਕੋਈ ਰੱਬ ਦੀ ਗੱਲ ਹੀ ਕਰੀਏ। ਉਹ ਅਕਥ ਦੀਆਂ ਬਾਤਾਂ ਪਾਉਂਦੇ ਨੇ। ਨਾਨਕ ਗੁਣ ਗਹਿ ਰਸ ਰਾਸ ਹਰ ਜਿਉ ਮਿਲੇ ਪਿਆਰਿਆ। ਉਹਨਾਂ ਦੇ ਅੰਦਰ ਗੁਣਾਂ ਦੀ ਰਾਸ ਪੂੰਜੀ ਹੁੰਦੀ ਹੈ ਇਕੱਠੀ। ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗੁਣ ਚਲੀਐ ਗੁਣਾ ਕਾ ਹੋਵੈ ਵਾਸਲਾ ਕੱਢ ਵਾਸ ਲਈ ਜੈ। ਉਹਨਾਂ ਦੇ ਅੰਦਰ ਗੁਣਾ ਰੂਪੀ ਖੁਸ਼ਬੂ ਹੁੰਦੀ ਹੈ। ਜਦ ਵੀ ਉਹ ਬੋਲਦੇ ਨੇ, ਡੱਬਾ ਭਾਵ ਮੂੰਹ ਖੋਲ੍ਹਦੇ ਨੇ, ਉਹਨਾਂ ਦੇ ਅੰਦਰੋਂ ਪ੍ਰਭੂ ਦੇ ਗੁਣਾਂ ਦਾ ਪਿਆਰ ਹੀ ਨਿਕਲਦਾ ਹੈ ਜੀ। ਸ਼ਲੋਕ ਮਹਿਲਾ ਪਹਿਲਾ। ਖਤਿਓ ਜੰਮੇ ਖਤੇ ਕਰਨ
ਤਾਂ ਖਤਿਆਂ ਵਿੱਚ ਪਾਹੇ, ਤੋਤੇ ਮੂਲ ਨਾ ਉਤਰਹਿ, ਜੇ ਸੌ ਧੋਵਣ ਪਾਹੇ। ਨਾਨਕ ਬਖਸ਼ੇ ਬਖਸ਼ੀਐ, ਨਾਹੇ ਤਾਂ ਪਾਹੀ ਪਾਹੇ। ਇਹਨੂੰ ਖੱਤਿਓਂ ਨਹੀਂ ਪੜ੍ਹਨਾ, ਖਤਿਓਂ ਹੀ ਪੜ੍ਹਨਾ ਹੈ। ਖੱਤਾ ਲਫ਼ਜ਼ ਨਹੀਂ ਹੁੰਦਾ। ਭਾਈ ਸਾਹਿਬ ਜੀ ਨੇ ਜਿਵੇਂ ਪੜ੍ਹਿਆ, ਲਫ਼ਜ਼ ਖਤਾ ਹੀ ਹੁੰਦਾ ਹੈ। ਖਤਾ ਅਸੀਂ ਇਹ ਪੜ੍ਹ ਜਾਂਦੇ ਹਾਂ, ਅਸੀਂ ਖੱਤੇ ਬਹੁਤ ਕਮਾਉਂਦੇ। ਖੱਤੇ ਲਫ਼ਜ਼ ਬਿਲਕੁਲ ਗਲਤ ਹੈ। ਖਤੇ ਇਹ ਹਮੇਸ਼ਾ ਖਤਾ ਹੁੰਦਾ ਹੈ। ਖਤਾ ਕਿ ਤੁਹਾਡੀ ਸ਼ਾਨ 'ਚ ਮੈਂ ਖਤਾ ਨਾ ਕਰ ਬੈਠਾ, ਵਾਹਿਗੁਰੂ ਜੀ ਮੇਰੇ ਤੋਂ ਬੜੀ ਖਤਾ ਹੋ ਗਈ ਹੈ। ਖਤਾ ਦਾ ਮਤਲਬ ਭੁੱਲ, ਅਣਜਾਣੇ ਵਿੱਚ ਕੀਤੀ ਹੋਈ ਜਿਹੜੀ ਵੀ ਬਾਤ ਹੈ ਨਾ, ਉਰਦੂ ਦਾ ਇਹ ਲਫ਼ਜ਼ ਖਤਾ ਹੈ ਕਿ ਮੇਰੇ ਤੋਂ ਖਤਾ ਹੋ ਗਈ ਅਣਜਾਣੇ ਦੇ ਵਿੱਚ, ਮੈਂ ਜਾਣਦਾ ਨਹੀਂ ਸੀ ਕਿ ਇਹ ਵੀ ਭੁੱਲ ਹੁੰਦੀ ਹੈ, ਇਹ ਵੀ ਭੁੱਲ ਹੁੰਦੀ ਹੈ। ਕਈ ਵਾਰੀ ਅਸੀਂ ਇੰਨਾ ਕੁਝ ਕਰੀ ਬੈਠੇ ਹਾਂ, ਪਰ ਜਾਣ ਕੇ ਵੀ ਅਸੀਂ ਫਿਰ ਕਰੀ ਜਾਂਦੇ ਹਾਂ। ਫਿਰ ਮਹਾਰਾਜ ਜੀ ਕਹਿੰਦੇ ਹੈ, ਇਸ ਕਰਕੇ ਖਤਿਓਂ ਜੰਮੇ ਖਤੇ ਕਰਨ, ਤਾਂ ਖਤਿਆਂ ਵਿੱਚ ਪਾਹੇ। ਮਹਾਰਾਜ ਕਹਿੰਦੇ ਗਲਤੀਆਂ ਕਰ ਕਰਕੇ ਜੰਮੇ ਹਾਂ, ਗਲਤੀਆਂ ਕਰ ਕਰਕੇ ਜੀਵਨ ਬਤੀਤ ਕਰ ਰਹੇ ਹਾਂ। ਫਿਰ ਵੀ ਮਹਾਰਾਜ ਗਲਤੀਆਂ ਕਰ ਕਰਕੇ ਵੀ ਸਾਨੂੰ ਕੋਈ ਸੋਝੀ ਨਹੀਂ ਹੋ ਰਹੀ ਕਿ ਭਾਈ ਭੁੱਲ ਕਰੀ ਜਾ ਰਹੇ ਹਾਂ, ਗਲਤੀਆਂ ਕਰੀ ਜਾ ਰਹੇ ਹਾਂ। ਕਿਉਂ? ਭੈ ਖਤਮ ਹੋ ਗਿਆ ਨਾ ਗੁਰੂ ਦਾ, ਡਰ ਨਹੀਂ ਰਿਹਾ, ਕਿਸੇ ਦੀ ਪਰਵਾਹ ਨਹੀਂ ਰਹੀ, ਕਿਸੇ ਦੀ ਕੋਈ ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਕਿਸੇ ਨੂੰ ਨਹੀਂ ਪਤਾ ਲੱਗਦਾ। ਮਹਾਰਾਜ ਕਹਿੰਦੇ ਅੱਗੇ ਸੁਣੋ ਕੀ ਹੁੰਦਾ ਹੈ। ਸਾਹਿਬ ਜੀ ਕਹਿੰਦੇ ਤਾਂ ਖਤਿਆਂ ਵਿੱਚ ਪਾਹੇ, ਤੈਨੂੰ ਨਾ ਭੀੜਾਂ ਵਿੱਚ ਉੱਥੇ ਖੜਾ ਕੀਤਾ ਜਾਏਗਾ ਜਿੱਥੇ ਪਾਪੀ ਖੜੇ ਹੋਣਗੇ। ਸਚਿਆਰਿਆਂ ਦੀ ਤੈਨੂੰ ਕਤਾਰ 'ਚ ਨਹੀਂ ਖੜਾ ਕੀਤਾ ਜਾਏਗਾ। ਨਾਨਕ ਜੀ ਉਪਾਏ ਕਹਿ ਲਿਖਣ ਆਵੈ, ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ। ਥਾਉ ਨਾ ਪਾਇਨ ਕੂੜੇਆਰ, ਮੋਹ ਕਾਲੇ ਦੋਜ਼ਕ ਚਾਲਿਆ। ਇਸ ਕਰਕੇ ਮਹਾਰਾਜ ਕਹਿੰਦੇ ਧੋਤੇ ਮੂਲ ਨਾ ਉਤਰਹਿ, ਜੇ ਸੋ ਧੋਵਣ ਪਾਹੇ। ਤੀਰਥਾਂ 'ਤੇ ਜਾ ਕੇ ਖਤਾਵਾਂ ਦੂਰ ਥੋੜ੍ਹੀਆਂ ਹੁੰਦੀਆਂ, ਪਾਪ ਥੋੜ੍ਹੀ ਤੁਰਦੇ ਆ। ਲੋਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਅੰਦਰੋਂ ਜਿਹੜੀ ਕੁੜੱਤਨ ਹੈ ਉਹ ਥੋੜ੍ਹੀ ਖਤਮ ਹੁੰਦੀ ਹੈ। ਨਾਨਕ ਬਖਸ਼ੇ ਬਖਸ਼ੀ ਹੈ, ਨਾਹੇ ਤਾਂ ਪਾਹੀ ਪਾਹੇ। ਪਾਹੀ ਦਾ ਮਤਲਬ ਹੈ ਛਿੱਤਰ। ਮਹਾਰਾਜ ਕਹਿੰਦੇ ਜੇ ਤੂੰ ਬਖਸ਼ਵਾਉਣਾ ਤੇ ਸੱਚੇ ਗੁਰੂ ਕੋਲ ਆ ਕੇ ਆਪਣੀਆਂ ਖਤਾਵਾਂ ਦੀ ਭੁੱਲ ਬਖਸ਼ ਲੈ, ਨਹੀਂ ਤਾਂ ਸੱਚੇ ਪਾਤਸ਼ਾਹ ਕਹਿੰਦੇ ਨਾ ਹੀ ਤਾਂ ਪਾਹੀ ਪਾਹੇ। ਅੱਗੇ ਫਿਰ ਮੂੰਹ 'ਤੇ ਮਹਾਰਾਜ ਕਹਿੰਦੇ ਕਿ ਸਜ਼ਾਵਾਂ ਹੀ ਮਿਲਣੀਆਂ ਨੇ। ਇਹ ਸਜ਼ਾਵਾਂ ਦੇ ਪਾਪ ਭਾਰ ਤੋਂ ਬਚਣ ਲਈ ਸਤਿਗੁਰ ਕੋਲ ਆ ਕੇ ਇਹ ਕਹਿ ਦੇ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਮਹਿਲਾ ਪਹਿਲਾ ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀਐ ਸੁਖ। ਸੁਖ ਦੁਖ ਦੋਏ ਦਰ ਕੱਪੜੇ, ਪਹਿਰਹਿ ਜਾਏ ਮਨੁੱਖ। ਜਿੱਥੈ ਬੋਲਣ ਹਾਰੀਐ, ਤਿੱਥੈ ਚੰਗੀ ਚੁੱਪ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਡਾ ਬੋਲਣਾ ਚਖਣਾ ਹੀ ਹੁੰਦਾ ਹੈ। ਸਾਨੂੰ ਪਤਾ ਹੀ ਨਹੀਂ ਕੀ ਮੰਗਣਾ ਕੀ ਨਹੀਂ ਮੰਗਣਾ, ਸੁੱਖ ਹੀ ਮੰਗੀ ਜਾ ਰਹੇ ਹਾਂ, ਪਰ ਇਹ ਨਹੀਂ ਪਤਾ ਜਨਮੰ ਤਾਂ ਮਰਣੰ, ਕਿ ਫਿਰ ਕੀ ਹੁੰਦਾ। ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ। ਇਹ ਜੀਵਨ ਦਾ ਸੱਚ ਹੈ। ਜੇ ਸੰਜੋਗ ਹੈ ਤੇ ਫਿਰ ਵਿਜੋਗ ਵੀ ਕੱਲ ਵਰਤਣਾ। ਸੰਜੋਗ ਵਿਜੋਗ ਦੋਏ ਕਾਰ ਚਲਾਵੈ। ਮਹਾਰਾਜ ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਮੰਗੋ ਕਿ ਸੱਚੇ ਪਾਤਸ਼ਾਹ ਜੇ ਸੁੱਖ ਦੇ ਤੇ ਤੇਰਾ ਸਿਮਰਨ ਮਿਲੇ, ਤੇ ਜੇ ਦੁੱਖ ਆਏ, ਦੁੱਖ ਆਉਣਾ ਹੀ ਹੈ ਜੀਵਨ ਦੇ ਵਿੱਚ, ਤੇ ਅਡੋਲਤਾ ਮਨ ਦੀ ਮਿਲੇ, ਮੈਂ ਭਾਣੇ ਨੂੰ ਮੰਨ ਸਕਾਂ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਆਂ ਹੈ ਸੁੱਖ। ਹਰ ਕੋਈ ਸੁੱਖ ਮੰਗਦਾ, ਦੁੱਖ ਤੇ ਕੋਈ ਮੰਗਦਾ ਹੀ ਨਹੀਂ। ਦੁੱਖ ਦੇ ਵਿੱਚ ਸਾਰੇ ਉਲਾਮੇ ਦਿੰਦੇ ਰੱਬ ਨੂੰ, ਸਾਰੇ ਕੋਸਦੇ ਹਾਏ ਮਾੜਾ ਕਰਤਾ, ਇਹ ਕਿਉਂ ਕਰਤਾ, ਮੇਰੇ ਨਾਲ ਕਿਉਂ ਕਰਤਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੁੱਖ ਆਉਂਦੇ ਤੇ ਭਗਤ ਸ਼ੁਕਰਾਨਾ ਕਰਦੇ ਨੇ। ਕਿਉਂ? ਦੁਨੀਆ ਦੇ ਲੋਕ ਸੁੱਖਾਂ ਦਾ ਸ਼ੁਕਰਾਨਾ ਕਰਦੇ ਨੇ, ਬੰਦਗੀ ਕਰਨ ਵਾਲੇ, ਪ੍ਰੇਮ ਕਰਨ ਵਾਲੇ ਦੁੱਖਾਂ ਦਾ ਸ਼ੁਕਰਾਨਾ ਕਰਦੇ ਨੇ। ਇਸ ਲਈ ਕਿਉਂਕਿ ਦੁੱਖ ਆਏ ਨੇ, ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਕਰਕੇ ਰੱਬ ਤੈਨੂੰ ਜਪਣ ਦੀ ਤੇ ਤੈਨੂੰ ਧਿਆਉਣ ਦੀ ਤੇ ਮਨ ਨੂੰ ਇੱਕ ਅਵਸਥਾ ਬਣੀ, ਸੋਝੀ ਤੇ ਆਈ ਕਿ ਤੈਨੂੰ ਵੀ ਧਿਆਉਣਾ, ਤੇਰਾ ਵੀ ਪੱਲਾ ਫੜਦਾ। ਇਸ ਕਰਕੇ ਬਾਬਾ ਫਰੀਦ ਨੇ ਨਿਜ਼ਾਮੂਦੀਨ ਨੂੰ ਆਖਿਆ ਸੀ, ਵੇ ਨਿਜ਼ਾਮੂਦੀਨ ਕਦੀ ਰੱਬ ਨੂੰ ਇਹ ਇਲਾਮਾ ਨਾ ਦੇਈਂ ਕਿ ਸਿਰ ਉੱਤੇ ਛੱਤ ਵੀ ਨਹੀਂ ਹੈ, ਖਾਣ ਨੂੰ ਸੁੱਕੀ ਰੋਟੀ ਹੈ ਜਾਂ ਰੋਟੀ ਮੇਰੀ ਕਾਟ ਕੀ ਹੈ। ਸਦਾ ਸ਼ੁਕਰ ਮਨਾਈ ਕਿ ਰੱਬ ਨੇ ਦੁੱਖ ਦਿੱਤੇ ਤੇ ਤੈਨੂੰ ਯਾਦ ਕੀਤਾ।
ਜੇ ਸੁੱਖ ਹੀ ਮੰਗ ਲੈ ਤੇ ਫਿਰ ਤੇਰੇ ਵਿੱਚ ਤੇ ਦੁਨੀਆਦਾਰ ਵਿੱਚ ਫਰਕ ਕੀ ਹੈ? ਤੈਨੂੰ ਦੁੱਖ ਦਿੱਤਾ ਹੈ ਤੇ ਤੂੰ ਰੱਬ ਦੀ ਬੰਦਗੀ ਹੋਰ ਕਰ, ਤਾਂ ਕਿ ਤੇਰੇ ਅੰਦਰੋਂ ਜਿੰਨੀ ਕੁ ਵੀ ਹਉਮੈ ਦੀ ਮੈਲ ਹੈ ਇਹ ਲੱਥ ਜਾਏ, ਕਿਉਂਕਿ ਉਹਨੂੰ ਗਰੀਬੀ ਪਸੰਦ ਹੈ, ਉਹਨੂੰ ਦੁੱਖ ਪਸੰਦ ਹੈ। ਤੇ ਜੇ ਸੁੱਖ ਹੀ ਮੰਗਦਾ ਰਹੇਗਾ ਫਿਰ ਮਹਾਰਾਜ ਕਹਿੰਦੇ ਦੁਨੀਆਦਾਰੀ ਦੇ ਵਿੱਚ ਐਸਾ ਗੁੜੁਚ ਹੋ ਜਾਏਗਾ, ਫਿਰ ਰੱਬ ਦੀ ਬੰਦਗੀ ਤੋਂ ਵੀ ਜਾਏਗਾ ਇੱਕ ਦਿਨ, ਫਿਰ ਤਿਲਕ ਜਾਏਗਾ ਪੈਰ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਕੱਪੜਿਆਂ ਦੀ ਤਰ੍ਹਾਂ ਨੇ। ਜਿਸ ਤਰ੍ਹਾਂ ਅਸੀਂ ਰੋਜ਼ ਇੱਕੋ ਜਿਹਾ ਕੱਪੜਾ ਲੀੜਾ ਨਹੀਂ ਪਹਿਨ ਸਕਦੇ, ਇਸ ਤਰ੍ਹਾਂ ਅਸੀਂ ਰੋਜ਼ ਸੁਖੀ ਨਹੀਂ ਰਹਿ ਸਕਦੇ ਤੇ ਰੋਜ਼ ਦੁਖੀ ਵੀ ਨਹੀਂ ਰਹਿ ਸਕਦੇ। ਇਹ ਰੱਬ ਦਾ ਦਸਤੂਰ ਹੈ, ਕੋਈ ਐਸੀ ਜ਼ਿੰਦਗੀ ਨਹੀਂ। ਅੱਛਾ, ਇੱਕ ਵੀ ਕੋਈ ਇਸ ਤਰ੍ਹਾਂ ਦਾ ਭੋਜਨ ਨਹੀਂ ਜੋ ਅਸੀਂ ਰੋਜ਼ ਇੱਕੋ ਜਿਹਾ ਖਾਈ ਜਾਈਏ, ਨਹੀਂ। ਜੇ ਭੋਜਨ ਬਦਲ ਕੇ ਖਾਂਦੇ ਹਾਂ, ਕੱਪੜੇ ਬਦਲ ਕੇ ਪਾਉਂਦੇ ਹਾਂ, ਤੇ ਸਦਾ ਹੀ ਇੱਕੋ ਜਿਹਾ ਜੀਵਨ ਥੋੜ੍ਹੀ ਬਤੀਤ ਕਰ ਸਕਦੇ ਹਾਂ। ਸੁੱਖ ਤੇ ਦੁੱਖ ਜੀਵਨ ਦਾ, ਸੰਸਾਰ ਦਾ ਸਵਾਦ ਹੈ, ਇਹ ਰਸ ਹੈ ਜੀਵਨ ਨੂੰ ਜਿਉਣ ਦਾ। ਇਹ ਦੁੱਖ ਸੁੱਖ ਹੈ, ਹਨੇਰ ਹੈ, ਰਾਤ ਹੈ, ਦਿਨ ਹੈ, ਇਹ ਖਿਡਾ ਰਿਹਾ ਵਾਹਿਗੁਰੂ। ਪਹਿਰੇ ਜਾਏ ਮਨੁੱਖ ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ। ਇਹ ਗੱਲ ਸਤਿਗੁਰੂ ਜੀ ਨੇ 100 ਚੁੱਪ, ਇਹ ਮਹਾਰਾਜ ਜੀ ਨੇ ਕਿਹਾ ਨਾ, ਇੱਕ ਚੁੱਪ ਤੇ 100 ਸੁੱਖ। ਐਵੇਂ ਥੋੜ੍ਹੀ ਸਿਆਣੇ ਕਹਿੰਦੇ ਆ ਇਹ ਮਹਾਰਾਜ ਦੇ ਬਚਨ ਤੋਂ ਲੈ ਕੇ, ਕਿ ਜਿੱਥੇ ਬੋਲਣ ਹਾਰੀ ਹੈ, ਜਿੱਥੇ ਸਾਡੀ ਨਹੀਂ ਜਿੱਥੇ ਸਾਡੀ ਸਮਝ ਨਹੀਂ ਚੱਲਦੀ, ਉੱਥੇ ਚੁੱਪ ਹੀ ਫਿਰ ਚੰਗਾ। ਉੱਥੇ ਮਨ ਦੇ ਕਲੇਸ਼, ਕਿਉਂਕਿ ਇਹ ਜ਼ੁਬਾਨ ਜਿਹੜੀ ਹੈ ਨਾ, ਇਹਦੇ ਉੱਤੇ ਕਾਬੂ ਕਰਨ ਨੂੰ ਮਹਾਰਾਜ ਜੀ ਨੇ ਆਖਿਆ। ਇੱਕ ਤਾਂ ਸਤਿਗੁਰੂ ਜੀ ਤੋਂ ਹੀ ਮੰਗਣਾ ਕਿ ਸੱਚੇ ਪਾਤਸ਼ਾਹ ਤੇਰਾ ਭਾਣਾ ਮੀਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗ, ਤੇਰਾ ਕੀਆ ਮੀਠਾ ਲਾਗੇ ਵਾਲਾ ਸੱਚ ਇਹਦੇ ਵਿੱਚ ਹੈ। ਜਿੱਥੇ ਨਹੀਂ ਸੋਝੀ ਪੈਂਦੀ ਉੱਥੇ ਚੁੱਪ ਹੋਣਾ ਹੀ ਸਿਆਣਪ ਹੈ ਜੀ। ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ। ਉਜੜ ਭੁੱਲੇ ਰਾਹ ਗੁਰ ਵੇਖਾਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ। ਪਾਇਆ ਰਤਨ ਘਰਾਹ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ। ਨਿਡਰਿਆ ਡਰ ਲੱਗ ਗਰਭ ਸੇ ਗਾਲਿਆ, ਨਾਮੋ ਭੁੱਲਾ ਜਗ ਫਿਰੈ ਬੇਤਾਲਿਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਥੇ ਮਰਜ਼ੀ ਧੱਕੇ ਖਾਓ। ਇਹਦਾ ਮਤਲਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨਾਲ ਗੋਸ਼ਟ ਕਰ ਰਹੇ ਨੇ ਜਿਹੜੇ ਤੁਰੇ ਹੀ ਫਿਰਦੇ ਨੇ ਨੰਗੇ ਪੈਰ। ਪਗੂ ਪੇਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ। ਸਤਿਗੁਰੂ ਕਹਿੰਦੇ ਭਾਵੇਂ ਧਰਤੀਆਂ ਦੀਆਂ ਧਰਤੀ ਇੱਕ ਛੱਡ ਕੇ ਸਾਰੀਆਂ ਜਿੰਨੀਆਂ ਧਰਤੀਆਂ ਪਰਾਂ ਤੋਂ ਪਰਾਂ ਰਿਟਰਨ ਕਰ ਲਓ। ਸਾਹਿਬ ਜੀ ਕਹਿੰਦੇ ਜੋ ਸੁੱਖ ਅੰਦਰ ਹੈ ਨਾ, ਉਹ ਅੰਦਰ ਹੀ ਹੈ, ਟਿਕਾ ਦੇ ਵਿੱਚ। ਰੱਬ ਦੀ ਬੰਦਗੀ ਅੰਦਰ ਹੀ ਹੈ, ਘਰ ਹੀ ਪ੍ਰਾਪਤ ਹੋਣਾ ਹੈ। ਪਾਇਆ ਅੰਦਰ ਰਤਨ ਅੰਦਰ ਹੀ ਮਿਲਣਾ। ਮਹਾਰਾਜ ਜੀ ਕਹਿੰਦੇ ਸੱਚਾ ਪੁਰਖ ਅਲਖ ਸਿਰਜ ਨਿਹਾਲਿਆ, ਉਹਨੂੰ ਅੰਦਰ ਵੇਖ, ਅੰਦਰ ਉਹਨੂੰ ਪ੍ਰਾਪਤ ਕਰ। ਮਹਾਰਾਜ ਕਹਿੰਦੇ ਗੁਰੂ ਜਿਹੜਾ ਹੈ ਨਾ, ਉਜੜ ਪਈਆਂ ਹੋਇਆਂ ਨੂੰ ਮਾਰਗ ਦਿਖਾਉਣ ਵਾਸਤੇ ਆਏ ਨੇ। ਅਤੇ ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ। ਸਤਿਗੁਰ ਆਪ ਵੀ ਸੱਚ ਹੈ, ਅਤੇ ਜਿਹੜਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਉਪਦੇਸ਼ ਕਮਾਉਂਦਾ ਉਹ ਵੀ ਸੱਚ ਦੀ ਪ੍ਰਾਪਤੀ ਕਰਦਾ। ਅਤੇ ਆਪਣੇ ਘਰ ਪਾਇਆ ਰਤਨ ਘਰਾ ਦਾ ਮਤਲਬ ਆਪਣੇ ਹਿਰਦੇ ਘਰ ਵਿੱਚ ਹੀ ਦੀਵਾ ਬਾਲਿਆ। ਗਿਆਨ ਦਾ ਦੀਵਾ ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਮਹਾਰਾਜ ਕਹਿੰਦੇ ਸੱਚੇ ਸ਼ਬਦ ਦੇ ਵਿੱਚ ਜੁੜੇ ਹੋਏ ਸੁੱਖ ਪ੍ਰਾਪਤ ਕਰਦੇ ਨੇ। ਪਰ ਜਿਹੜੇ ਦੁਨੀਆ ਦੇ ਡਰਾਂ ਦੇ ਵਿੱਚ ਹੀ ਲਏ ਹੋਏ ਨੇ, ਹਾਏ ਇਹ ਨਾ ਹੋ ਜਾਏ, ਇਹ ਨਾ ਹੋ ਜਾਏ, ਮਹਾਰਾਜ ਕਹਿੰਦੇ ਉਹ ਡਰ ਦੇ ਵਿੱਚ ਗਰਭ ਸੇ ਗਾਲਿਆ। ਉਹ ਫਿਰ ਬਾਰ-ਬਾਰ ਗਰਭ ਵਿੱਚ ਹੀ ਸੜਦੇ ਨੇ। ਗਰਭ ਬੱਬੇ ਨਾਲ ਮਾਂ ਦਾ ਗਰਭ ਹੈ, ਭੱਬੇ ਨਾਲ ਗਰਭ ਜਿਹੜਾ ਹੈ ਉਹਨੂੰ ਅਹੰਕਾਰ ਆਖਿਆ ਬਾਣੀ ਦੇ ਵਿੱਚ। ਇਹ ਲਫ਼ਜ਼ ਦੋਏ ਨੇੜੇ ਨੇ। ਜਿੱਥੇ ਗਰਭ ਆ ਗਿਆ ਉੱਥੇ ਮਾਂ ਦੇ ਗਰਭ ਵਿੱਚ ਗਾਲੇ ਜਾਂਦੇ ਨੇ। ਅਤੇ ਜਿਹੜੇ ਨਾਮ ਤੋਂ ਭੁੱਲੇ ਨੇ ਉਹ ਬੇਤਾਲੇ ਹੀ ਫਿਰਦੇ ਨੇ। ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ, ਕੂੜ ਚੁੜਾ ਮੁੱਠਾ ਮੁਰਦਾਰ ਧਾਨਕ ਰੂਪ ਰਹਾਂ ਕਰਤਾਰ। ਨਾਮ ਤੋਂ ਟੁੱਟੇ ਮਹਾਰਾਜ ਕਹਿੰਦੇ ਉਹ ਬੇਤਾਲੇ, ਉਹ ਜਿਨ ਹੀ ਹੈਗੇ ਜੀ। ਸ਼ਲੋਕ ਮਹਿਲਾ ਤੀਜਾ। ਭੈ ਵਿੱਚ ਜੰਮੈ ਭੈ ਮਰੈ, ਪੀ ਪਾਉ ਮਨ ਮਹਿ ਹੋਏ।
ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਅਗਲਾ ਹੁਣ 24 ਪੌੜੀ ਤੋਂ ਬਾਅਦ 25ਵੀਂ ਪੌੜੀ ਦੇ ਨਾਲ ਦੇ ਸ਼ਲੋਕਾਂ ਦਾ ਮਜ਼ਮੂਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ। ਗੁਰੂ ਅਮਰਦਾਸ ਜੀ ਕਹਿੰਦੇ ਹਰ ਇਨਸਾਨ ਡਰ ਵਿੱਚ ਹੀ ਜੰਮਦਾ, ਡਰ ਵਿੱਚ ਹੀ ਜੀਵਨ ਬਤੀਤ ਕਰਦਾ ਹੈ। ਸਭ ਹਰ ਤਰ੍ਹਾਂ ਦਾ ਡਰ ਹੈ ਅਤੇ ਡਰ ਵਿੱਚ ਹੀ ਮਰ ਜਾਂਦਾ। ਪਰ ਮਹਾਰਾਜ ਕਹਿੰਦੇ ਜੇ ਦੁਨੀਆ ਦੇ ਡਰ ਨਾਲੋਂ ਰੱਬ ਦਾ ਡਰ ਆ ਜਾਏ ਤੇ ਫਿਰ ਦੁਨੀਆ ਦਾ ਡਰ ਹੀ ਕਿੱਥੇ ਰਹਿ ਜਾਣਾ। ਬਸ ਮਹਾਰਾਜ ਕਹਿੰਦੇ ਦੁਨੀਆ ਦਾ ਡਰ ਬੰਦਾ ਲਈ ਫਿਰਦਾ ਤੇ ਰੱਬ ਦੇ ਭਉ ਤੋਂ ਬਿਲਕੁਲ ਅਣਜਾਣ ਹੋ ਜਾਂਦਾ। ਪਰ ਜਿਸ ਦੇ ਮਨ ਵਿੱਚ ਨਾਨਕ ਭੈ ਵਿੱਚ ਜੇ ਮਰੈ, ਜੇ ਪਹਿਲਾਂ ਹੀ ਜਿਉਂਦੇ ਜੀ ਮਰ ਜਾਏ ਬੰਦਾ, ਕੋਈ ਮੁਕਤ ਦੁਆਰਾ ਕੋਈ ਮੋਕਲਾ ਦੁਆਰਾ ਮਰਨ ਤੋਂ ਬਾਅਦ ਥੋੜ੍ਹੀ ਮਿਲਣਾ। ਮਹਾਰਾਜ ਕਹਿੰਦੇ ਜਿਉਂਦੇ ਜੀ ਰੱਬ ਦੇ ਭੈ ਵਿੱਚ ਮਾਰ ਲੈ ਮਨ ਨੂੰ। ਜਿਸ ਨੇ ਜਿਉਂਦੇ ਜੀ ਆਪਣੇ ਮਨ ਨੂੰ ਗੁਰੂ ਦੇ ਭੈ ਵਿੱਚ ਮਾਰ ਲਿਆ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸਾਹਿਬ ਜੀ ਕਹਿੰਦੇ ਸਹਿਲਾ ਆਇਆ ਸੋਏ। ਸਹਿਲਾ ਦਾ ਮਤਲਬ ਉਹਦਾ ਜੀਵਨ ਬੜਾ ਅਨੰਤਮਈ ਹੈ, ਉਹ ਆ ਕੇ ਫਿਰ ਜਾਂਦਾ ਨਹੀਂ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਮਹਿਲਾ ਤੀਜਾ ਭੈ ਵਿਣ ਜੀਵੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ। ਨਾਨਕ ਭੈ ਵਿਣ ਜੇ ਮਰੈ ਮੂੰਹ ਕਾਲੇ ਉੱਠ ਜਾਏ। ਮਹਾਰਾਜ ਕਹਿੰਦੇ ਰੱਬ ਦੇ ਭੈ ਤੋਂ ਬਿਨਾ ਖਰਬਾਂ ਪਤੀ ਹੋ ਜਾ, ਅਨੰਤ ਦੀਆਂ ਖੁਸ਼ੀਆਂ ਇਕੱਠੀਆਂ ਕਰ ਲੈ, ਆਲੇ ਦੁਆਲੇ ਖੁਸ਼ੀਆਂ ਦੀਆਂ ਖੁਸ਼ੀਆਂ ਕਮਾ ਲੈ। ਕਹਿ ਮੈਂ ਬੜਾ ਸੁੱਖ ਮਾਣਿਆ, ਬੜਾ ਕੁਝ ਮਾਣਿਆ, ਪਰ ਜੇ ਰੱਬ ਦਾ ਭੈ ਦੀਨੀ ਤੇ ਦੈਵੀ ਭੈ ਤੋਂ ਬਿਨਾਂ ਤੂੰ ਇੱਥੋਂ ਗਿਆ, ਮਹਾਰਾਜ ਕਹਿੰਦੇ ਫਿਰ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇ। ਜਿਨ ਕੀ ਲਿਖੈ ਪਤ ਪਵੈ ਚੰਗੇ ਸਹੀ ਕੇ। ਤੂੰ ਇੱਥੇ ਜਿੰਨਾ ਕਮਾਇਆ ਤੇ ਖਾਇਆ ਸੁੱਖ, ਇਹ ਨਹੀਂ। ਜੇ ਦੀਨੀ ਭੈ ਨਹੀਂ ਹੈ, ਭੈ ਨਹੀਂ ਹੈ, ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ ਕਿ ਸੁਣ ਫਿਰ ਗੁਰੂ ਅਮਰਦਾਸ ਜੀ ਦਾ ਇਹ ਉਪਦੇਸ਼ ਹੈ, ਨਾਨਕ ਭੈ ਬਿਨ ਜੇ ਮਰੈ ਮੂੰਹ ਕਾਲੇ ਉੱਠ ਜਾਏ। ਇੱਥੋਂ ਰੱਬ ਦੀ ਦਰਗਾਹ ਜੀ ਵਿੱਚ ਮਹਾਰਾਜ ਕਹਿੰਦੇ ਮੂੰਹ ਕਾਲਾ ਹੋ ਕੇ ਹੀ ਜਾਂਦੇ ਹਾਂ ਜੀ। ਪੌੜੀ ਸਤਿਗੁਰ ਹੋਏ ਦਇਆਲ, ਤਾਂ ਸ਼ਰਧਾ ਪੂਰੀਐ। ਸਤਿਗੁਰ ਹੋਏ ਦਇਆਲ, ਨਾ ਕਬੂ ਚੂਰੀਐ। ਸਤਿਗੁਰ ਹੋਏ ਦਇਆਲ, ਤਾਂ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਇਆਲ, ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ, ਤਾਂ ਜਮ ਕਾ ਡਰ ਕੇ ਹਾਂ। ਸਤਿਗੁਰ ਹੋਏ ਦਇਆਲ, ਤਾਂ ਸਦ ਹੀ ਸੁਖ ਦੇ ਹਾਂ। ਸਤਿਗੁਰ ਹੋਏ ਦਇਆਲ, ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ, ਤਾਂ ਸੱਚ ਸਮਾਈਐ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਜੇ ਭੈ ਪੈਦਾ ਕਰਨਾ ਫਿਰ ਦਿਆਲ ਹੋ ਜਾਓ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਕਿਰਪਾ ਦੇ ਵਿੱਚ ਸਤਿਗੁਰੂ ਜੀ ਦਿਆਲੂ ਹੋ ਜਾਣ ਸਿੱਖ ਉੱਤੇ। ਸਤਿਗੁਰੂ ਜੀ ਦੀ ਕਿਰਪਾ ਦੀ ਇਹ ਬਖਸ਼ਿਸ਼ ਦਾ ਮੀਂਹ ਜਿਹੜਾ ਵਰਸ ਰਿਹਾ ਨਾ, ਇਹ ਆਪਣੀਆਂ ਹਉਮੈ ਰੂਪੀ ਤਰਪਾਲਾਂ ਆਪਣੀਆਂ ਛਤਰੀਆਂ ਨੂੰ ਬੰਦ ਕਰੀਏ। ਦੇਖੋ ਭਾਈ ਗਿਆਨ ਕੀ ਆਈ ਆਂधी, ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨ ਮਾਇਆ ਬਾਂਧੀ। ਜਿਹੜੀ ਮਾਇਆ ਰੂਪੀ ਅਸੀਂ ਤਰਪਾਲਾਂ ਤਨੀਆਂ ਹੋਈਆਂ ਨੇ, ਇਹ ਤਰਪਾਲਾਂ ਇਹ ਜਦ ਹਟਣਗੀਆਂ ਫਿਰ ਸਤਿਗੁਰੂ ਜੀ ਦੀ ਦਇਆ ਪੂਰਨ ਹੋਏਗੀ। ਅਤੇ ਸ਼ਰਧਾ ਤੋਂ ਬਿਨਾਂ ਸਿੱਖੀ ਕਮਾਈ ਨਹੀਂ ਜਾ ਸਕਦੀ। ਇੱਥੇ ਸ਼ਰਧਾ ਪਹਿਲੀ ਪੌੜੀ ਹੈ। ਗੁਰੂ ਨਾਨਕ ਸਾਹਿਬ ਇਸ ਪੌੜੀ ਵਿੱਚ ਦੱਸਦੇ ਹੈ ਕਿ ਜਿਹਦੇ ਅੰਦਰ ਸ਼ਰਧਾ ਭਾਵਨਾ ਹੈ ਭਾਈ, ਅਸੀਂ ਕਹਿੰਦੇ ਹਾਂ ਜੀ ਸ਼ਰਧਾ ਭਾਵਨਾ ਦੀ ਕੀ ਲੋੜ ਹੈ, ਮੈਂ ਤਾਂ ਰੱਬ ਨੂੰ ਮੰਨਦਾ ਹੀ ਨਹੀਂ, ਮੈਂ ਤਾਂ ਆਪਣੇ ਕਰਮ ਕਰਦਾ ਚੰਗੇ ਕਰਦਾ। ਮਹਾਰਾਜ ਕਹਿੰਦੇ ਤੈਨੂੰ ਇਹ ਨਹੀਂ ਪਤਾ ਕਿ ਤੂੰ ਕਰਮ ਤੂੰ ਸੋਚ ਰਿਹਾ ਮੈਂ ਚੰਗੇ ਕਰਦਾ, ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਮੈਂ ਇਹ ਨਹੀਂ ਕਰਦਾ। ਤੈਨੂੰ ਸੱਚੀ ਮੁੱਚੀ ਪਤਾ ਹੀ ਨਹੀਂ ਹੈ ਤੂੰ ਕਰ ਕੀ ਰਿਹਾ। ਤੂੰ ਸਿਰਫ ਅਹੰਕਾਰ ਵਿੱਚ ਜੀ ਰਿਹਾ। ਤੇਰੇ ਮਨ ਵਿੱਚ ਸ਼ਰਧਾ ਹੋਏਗੀ, ਕਿਉਂਕਿ ਇੱਥੇ ਅਦਲ ਅਤੇ ਫਜ਼ਲ ਦੋਨਾਂ ਵਿੱਚ ਫਰਕ ਹੈ। ਅਦਲ ਦਾ ਮਤਲਬ ਹੈ ਚੰਗੇ ਕਰਮ ਕਰਨੇ, ਮੈਂ ਚੰਗੇ ਕਰਮ ਕਰਨਾ ਅਤੇ ਰੱਬ ਮੈਨੂੰ ਬਖਸ਼ ਦੇਗਾ। ਫਜ਼ਲ ਦਾ ਮਤਲਬ ਹੈ ਕਿਰਪਾ ਬਖਸ਼ਿਸ਼, ਜਿਹਦੇ ਉੱਤੇ ਬਖਸ਼ਿਸ਼ ਹੋ ਜਾਏ ਉਹਨੂੰ ਰੱਬ ਚੰਗੇ ਕਰਮ ਤੋਂ ਬਿਨਾਂ ਵੀ ਬਖਸ਼ ਦਿੰਦਾ। ਇਸ ਕਰਕੇ ਸਤਿਗੁਰ ਦੀ ਦਿਆਲਤਾ ਹੋਣੀ ਬੜੀ ਜ਼ਰੂਰੀ ਹੈ।
ਸਤਿਗੁਰ ਦਿਆਲ ਹੋਣ ਤੇ ਤੇਰਾ ਟੇਕਿਆ ਹੋਇਆ ਮੱਥਾ ਵੀ, ਤੇਰੀ ਪੜੀ ਹੋਈ ਬਾਣੀ ਵੀ, ਤੇਰਾ ਜੋੜਿਆ ਹੋਇਆ ਮਨ ਵੀ ਪ੍ਰਵਾਨ ਹੋ ਜਾਂਦਾ ਹੈ। ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਤੈਨੂੰ ਫਿਰ ਕਿਸੇ ਤੋਂ ਡਰ ਨਹੀਂ ਲੱਗਦਾ, ਤੂੰ ਝੁਰਦਾ ਨਹੀਂ ਹੈ ਕਿਸੇ ਵੀ ਚਿੰਤਾ ਫਿਕਰ ਤੋਂ। ਤੈਨੂੰ ਪਤਾ ਨਾਲ ਨਾਰਾਇਣ ਮੇਰਾ, ਜਮਦੂਤ ਨਾ ਆਵੈ ਨੇਰਾ। ਤੂੰ ਇਹੀ ਚੇਤੇ ਕਰਦਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੂੰ ਝੁਰੇਂਗਾ ਨਹੀਂ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਕੈਸਾ ਦੁੱਖ? ਇਹ ਸਤਿਗੁਰ ਜੋ ਵੀ ਹੈ ਭਾਣਾ ਹੀ ਹੈ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਪ੍ਰਭੂ ਦੇ ਰੰਗ ਦੇ ਵਿੱਚ ਮਾਨਣ ਦੀ ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਰੰਗ ਨੂੰ ਮਾਨਣ ਵਾਸਤੇ ਮਿਲੀ ਹੈ। ਅਸੀਂ ਕਿਹੜੇ ਮਨ ਨੂੰ ਗਲਤਾਨ ਕਰਨ ਵਾਸਤੇ ਸਮਾਂ ਬਰਬਾਦ ਕਰ ਰਹੇ ਹਾਂ ਜੀਵਨ ਦਾ। ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ। ਗੁਰੂ ਬਖਸ਼ਿਸ਼ ਕਰ ਦੇ ਫਿਰ ਆਨੰਦ ਹੀ ਹੈ, ਫਿਰ ਸਦਾ ਹੀ ਸੁਖ ਹੈ। ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਏ। ਸੁੱਖਾਂ ਦੇ ਖਜ਼ਾਨੇ ਖੁੱਲ੍ਹ ਜਾਂਦੇ ਹੈ। ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਗੁਰੂ ਜੇ ਬਖਸ਼ਿੰਦ ਹੋ ਜਾਏ ਤੇ ਪਾਰ ਬ੍ਰਹਮ ਪਰਮੇਸ਼ਵਰ ਸੱਚ ਦੇ ਨਾਲ ਮਨ ਜੁੜ ਜਾਂਦਾ ਹੈ ਜੀ। ਸ਼ਲੋਕ ਮਹਿਲਾ ਪਹਿਲਾ। ਸਿਰ ਖੋਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਫਿਰ ਭੇਟ ਸਰੇਵੜਿਆਂ ਨਾਲ ਹੋਈ। ਤੁਸੀਂ ਰਾਜਸਥਾਨ ਜਾਓ, ਰਾਜਸਥਾਨ ਦੇ ਵਿੱਚ ਜਿੰਨੇ ਵੀ ਸ਼ਵੇਤਾਂਬਰ ਅਤੇ ਦਿਗੰਬਰ ਦੇ ਜਿੰਨੇ ਵੀ ਗੁਰਦੁਆਰੇ ਨੇ, ਉਹ ਮੰਦਰ ਨੇ, ਉਹਨਾਂ ਮੰਦਰਾਂ, ਵੱਡੇ ਮੰਦਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਥਾਨ ਜ਼ਰੂਰ ਬਣਿਆ ਹੋਇਆ। ਸ਼ਵੇਤਾਂਬਰ ਅਤੇ ਦਿਗੰਬਰ। ਸ਼ਵੇਤਾਂਬਰ ਦਾ ਮਤਲਬ ਹੈ ਚਿੱਟੇ ਕੱਪੜੇ ਪਾਉਣ ਵਾਲੇ ਸਰੇਵੜੇ ਜਾਣੀ। ਦਿਗੰਬਰ ਦਾ ਮਤਲਬ ਹੈ ਨੰਗੇ ਫਿਰਨ ਵਾਲੇ। ਇੱਥੇ ਜਿਨ੍ਹਾਂ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਭੇਟ ਹੋਈ ਹੈ, ਇਹ ਦਿਗੰਬਰ ਨੇ, ਜਿਹੜੇ ਨੰਗੇ ਰਹਿੰਦੇ ਨੇ ਅਤੇ ਜਿਹੜੇ ਘਰ-ਬਾਰ ਛੱਡ ਜਾਂਦੇ ਨੇ ਅਤੇ ਬਿਲਕੁਲ ਦੁਨੀਆਦਾਰੀ ਦੀ ਪਰਵਾਹ ਕੀਤੇ ਬਿਨਾਂ ਆਪਣੇ ਹੀ ਮਰਿਆਦਾ ਹਿਸਾਬ ਨਾਲ ਜੀਵਨ ਬਤੀਤ ਕਰਦੇ ਨੇ। ਪਰ ਮਹਾਰਾਜ ਕਹਿੰਦੇ ਉਹ ਜੀਵਨ ਕੁਦਰਤੀ ਨਹੀਂ ਹੈ, ਉਹ ਜੀਵਨ ਮਨੁੱਖੀ ਨਹੀਂ ਹੈ। ਉਹ ਜੀਵਨ ਵਾਕਈ ਸੱਚੀ ਮੁੱਚੀ ਜੇ ਉਹਨੂੰ ਜਾਣਿਆ ਜਾਏ, ਪਰਖਿਆ ਜਾਏ, ਤੇ ਹਰ ਬੰਦਾ ਉਸ ਜੀਵਨ ਨੂੰ ਦੇਖ ਕੇ ਤੌਬਾ ਹੀ ਕਰੇਗਾ। ਉਹ ਜੀਵਨ ਨੂੰ ਦੇਖ ਕੇ ਕਹੇਗਾ ਫਿਰ ਮਨੁੱਖੀ ਜਨਮ ਹੀ ਕਿਉਂ ਮਿਲਿਆ ਜੇ ਇਵੇਂ ਹੀ ਕਰਨਾ? ਫਿਰ ਅਸੀਂ ਜੀ ਕਿਉਂ ਰਹੇ ਹਾਂ ਜੇ ਇਹੀ ਦੁੱਖ ਸਹਾਰਨੇ ਆ? ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸਰੇਵੜਿਆਂ ਨੂੰ, ਕਿਉਂਕਿ ਦਾਸ ਰਾਜਸਥਾਨ ਦਾ ਤਕਰੀਬਨ 1/3 ਜਿੰਨੇ ਵੀ ਉੱਥੇ ਰਿਲੀਜੀਅਸ ਪਲੇਸਿਸ ਨੇ, ਖਾਸ ਕਰਕੇ ਬੋਧੀਆਂ ਦੇ, ਜੈਨੀਆਂ ਦੇ, ਸਰੇਵੜਿਆਂ ਦੇ, ਦਾਸ ਆਪ ਸਾਰਿਆਂ 'ਤੇ ਜਾ ਕੇ ਵਿਜ਼ਿਟ ਕਰ ਚੁੱਕਾ ਹੈ, ਸਾਰਾ ਦੇਖ ਚੁੱਕਾ ਹੈ। ਦਿਗੰਬਰ ਅਤੇ ਸ਼ਵੇਤੰਬਰ ਦੇ ਜਿੰਨੇ ਵੱਡੇ ਮੰਦਰ ਨੇ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਥਾਨ ਜ਼ਰੂਰ ਬਣੇ ਨੇ। ਭਾਵੇਂ ਉਹ ਸਥਾਨ ਅਸੀਂ ਨਹੀਂ ਬਣਾਏ, ਕਈ ਥਾਵਾਂ 'ਤੇ ਗੁਰਦੁਆਰੇ ਵੀ ਨਹੀਂ ਬਣੇ ਹੋਏ। ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਨੇ ਉਹ ਥਾਵਾਂ ਸਾਂਭ ਕੇ ਰੱਖੀਆਂ ਹੋਈਆਂ, ਛੋਟੇ ਛੋਟੇ ਥੜੇ ਬਣਾਏ ਹੋਏ ਆ। ਦੱਸਿਆ ਕਿ ਇੱਥੇ ਗੁਰੂ ਬਾਬਾ ਜੀ ਆਏ ਸੀ ਅਤੇ ਰੁਕੇ ਸੀ ਸਾਡੇ ਬਜ਼ੁਰਗਾਂ ਕੋਲ। ਉੱਥੇ ਉਹਨਾਂ ਨੇ ਛੋਟਾ ਜਿਹਾ ਨਿਸ਼ਾਨ ਵੀ ਲਗਾਇਆ, ਨਿਸ਼ਾਨ ਸਾਹਿਬ, ਪਰ ਉਸ ਸੀ ਥਾਵਾਂ ਨਹੀਂ ਬਹੁਤੀਆਂ ਸਾਂਭ ਸਕੇ। ਸੋ ਗੁਰੂ ਨਾਨਕ ਸਾਹਿਬ ਜੀ ਦਾ ਸਰੇਵੜਿਆਂ ਦੇ ਨਾਲ ਬਹੁਤ ਲੰਬਾ, ਇੱਕ ਵਾਰੀ ਨਹੀਂ ਬਹੁਤ ਵਾਰੀ ਟਾਕਰਾ ਹੋਇਆ ਅਤੇ ਬਹੁਤ ਵਾਰੀ ਡਾਇਲੋਗ ਹੋਇਆ। ਮਹਾਰਾਜ ਕਹਿੰਦੇ ਸਿਰ ਖੁਆਏ ਪੀਹੈ ਮਲਵਾਣੀ। ਕਹਿੰਦੇ ਸਿਰ ਖੁਆ ਦਿੰਦੇ ਆ, ਭਾਵ ਕਿ ਜਾਂ ਤਾਂ ਵਾਲਾਂ ਨੂੰ ਪੱਟੀ ਜਾਣਾ, ਖੁਆਏ ਮਤਲਬ ਪੱਟਣਾ ਵਾਲਾਂ ਨੂੰ। ਕਹਿੰਦੇ ਸਿਰ ਦੇ ਵਿੱਚ ਖੇ ਪਾਉਣੀ। ਪੀਹੈ ਮਲਵਾਣੀ, ਮਲ ਨੂੰ, ਪਾਣੀ ਨੂੰ, ਭਾਵ ਪਾਣੀ ਨੂੰ, ਚੰਗੇ ਪਾਣੀ ਨੂੰ, ਸਾਫ਼ ਪਾਣੀ ਨੂੰ ਵੀ ਨਹੀਂ ਪੀਣਾ। ਕਿਉਂ? ਪਾਣੀ ਵਿੱਚ ਜੀਵ ਜੰਤੂ ਨਾ ਮਰ ਜਾਣ। ਅੱਗੇ ਕਹਿੰਦੇ ਜੂਠਾ ਮੰਗ ਮੰਗ ਖਾਹੀ, ਅਤੇ ਕਹਿੰਦੇ ਜੂਠਾ ਹੀ ਖਾਈ ਜਾਣਾ ਲੋਕਾਂ ਦਾ, ਮੰਗ ਮੰਗ ਕੇ ਖਾਈ ਜਾਣਾ। ਫੋਲ ਫਦੀਹਤ ਮੂੰਹ ਲੈਣ ਪੜਾਸਾ। ਫਿਰ ਆਪਣੇ ਆਪ ਨੂੰ ਸਜ਼ਾ ਦੇਣ ਵਾਸਤੇ ਫਿਰ ਆਪਣੇ ਹੀ ਮਲ ਨੂੰ, ਕੀਤੇ ਹੋਏ ਆਪਣੇ ਮਲ ਨੂੰ ਫਰੋਲਣਾ ਅਤੇ ਉਸ ਮਲ ਦੀ ਪੜਾਸ ਲੈਣੀ, ਸੁੰਘਣੀ, ਤਾਂ ਕਿ ਆਪਣੇ ਆਪ ਨੂੰ ਗਿਲਾਨੀ ਪੈਦਾ ਹੋਏ, ਅਸੀਂ ਹੋਰ ਗਿਲਾਨੀ ਵਿੱਚ ਜੀਵਨ ਬਤੀਤ ਕਰੀਏ। ਆਪਣੀ ਫਦੀਹਤ, ਆਪਣੇ ਮਲ ਨੂੰ ਖੋਲ ਕੇ ਫਰੋਲ ਕੇ ਪੜਾਸ ਲੈਣੀ। ਉਹਦੇ ਖੋਲ੍ਹਣ ਦਾ ਇੱਕ ਹੋਰ ਕਾਰਨ ਹੈ ਕਿ ਜਿਸ ਜ਼ਮੀਨ 'ਤੇ ਅਸੀਂ ਮਲ ਕੀਤਾ, ਕਿਤੇ ਉਸ ਮਲ ਦੇ ਥੱਲੇ ਹੀ ਕੋਈ ਜੀ ਨਾ ਮਰ ਜੇ, ਕੋਈ ਕੀਟਾਣੂ ਹੀ ਨਾ ਮਰ ਜਾਣ। ਫਿਰ ਉਹਨੂੰ ਫਰੋਲ ਦੇਣਾ ਕਿ ਕਿਸੇ ਉੱਤੇ ਭਾਰ ਹੀ ਨਾ ਪੈ ਜਾਏ, ਕਿ ਮਲ ਦੇ ਵਿੱਚ ਵੀ ਜੀਵ ਜੰਤੂ ਹੁੰਦੇ ਆ, ਉਹ ਵੀ ਭਾਰ ਨਾਲ ਮਰ ਨਾ ਜਾਣ। ਕਹਿੰਦੇ ਉਹਦਾ ਵੀ ਪੜਾਸ ਲੈਣਾ। ਪਾਣੀ ਦੇਖ ਸੰਗਾਹੀ,
ਤੇ ਸਾਫ਼ ਪਾਣੀ ਨੂੰ ਦੇਖ ਕੇ ਮੂੰਹ ਫੇਰ ਲੈਣਾ, ਕਿ ਪਾਣੀ ਪੀਣ ਲੱਗਿਆਂ ਵੀ ਸ਼ਰਮ ਕਰਨੀ ਕਿ ਕਿਤੇ ਜੀਵ ਹੀ ਨਾ ਮਰ ਜਾਏ ਪਾਣੀ ਦੇ ਅੰਦਰ ਪੀਂਦੇ ਪੀਂਦੇ। ਅੱਗੇ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ, ਸਰਵਣ ਕਰੋ ਜੀ। ਭੇਡਾਂ ਵਾਂਗੀ ਸਿਰ ਖੋਹਾਇਨ, ਭਰੀਅਨ ਹੱਥ ਸੁਹਾਈ, ਮੀਊ ਪੀਊ ਕਿਰਤ ਗਵਾਇਨ, ਟੱਬਰ ਰੋਵਣ ਤਾਹੀ। ਭੇਡਾਂ ਵਾਂਗੀ ਸਿਰ ਖਵਾਇਨ, ਕਹਿੰਦੇ ਜਿਵੇਂ ਭੇਡਾਂ ਦੇ ਵਾਲ ਵੱਡੇ ਜਾਂਦੇ, ਫਿਰ ਬੰਦੇ ਵਿੱਚ ਤੇ ਭੇਡਾਂ 'ਚ ਫਰਕ ਹੀ ਰਹਿ ਗਿਆ। ਜੇ ਵਾਲ ਹੀ ਪੱਟੇ ਜਾਣੇ ਆ, ਇਕੱਲੇ ਸਿਰ ਦੇ ਨਹੀਂ, ਹਰ ਇੱਕ ਰੋਮ ਨੂੰ ਪੱਟਦੇ ਨੇ। ਜਿਹੜੇ ਦਿਗੰਬਰ ਹੁੰਦੇ ਨੇ ਉਹ ਆਪਣੇ ਆਪਣੇ ਰੋਮਾਂ ਨੂੰ ਪੱਟ ਪੱਟ ਕੇ ਆਪਣੇ ਆਪ ਨੂੰ ਦੁੱਖ ਦਿੰਦੇ ਨੇ, ਤਾਂ ਕਿ ਰੱਬ ਨੂੰ ਚੇਤੇ ਕਰ ਸਕੀਏ, ਅਸੀਂ ਰੱਬ ਰੱਬ ਕਰੀਏ। ਪਰ ਮਹਾਰਾਜ ਕਹਿੰਦੇ ਇਹ ਕਾਹਦਾ ਰੱਬ ਹੈ? ਰੱਬ ਕਦੀ ਐਵੇਂ ਨਹੀਂ ਚੇਤੇ ਹੁੰਦਾ, ਇਹ ਸਿਰਫ ਆਪਣੇ ਆਪ ਨੂੰ ਦੁੱਖ ਦੇਣੇ। ਕਹਿੰਦੇ ਇਹ ਤਾਂ ਰੱਬ ਦੀ ਬੰਦਗੀ ਹੈ ਹੀ ਨਹੀਂ। ਭੇਡਾਂ ਵਾਂਗੀ ਸਿਰ ਖਵਾਇਨ, ਭਰੀਆਂ ਹੱਥ ਸਵਾਈ। ਅਤੇ ਜਦ ਵਾਲ ਇੰਨੇ ਬਰੀਕ ਹੁੰਦੇ ਆ, ਪੱਟੇ ਨਹੀਂ ਜਾਂਦੇ, ਰੋਮ ਪੱਟੇ ਨਹੀਂ ਜਾਂਦੇ, ਤਿਲਕਦੇ ਨੇ। ਕਹਿੰਦੇ ਫਿਰ ਹੱਥਾਂ ਦੇ ਵਿੱਚ ਸਵਾਹ ਮਲ ਲੈਂਦੇ ਆ ਤਾਂ ਕਿ ਹੱਥ ਖੁਸ਼ਕ ਹੋ ਜਾਣ। ਸਵਾਹ ਮਲ ਕੇ ਫਿਰ ਵਾਲ ਪੱਟੇ ਜਾਂਦੇ ਤਾਂ ਕਿ ਕਾਬੂ ਆ ਜਾਏ ਵਾਲ ਇੱਕ ਇੱਕ ਰੋਮ ਸਿਰਾਂ ਦਾ ਵੀ। ਕਹਿੰਦੇ ਕੀ ਫਾਇਦਾ ਆਪਣੇ ਸਾਰੇ ਪਿੰਡੇ 'ਤੇ ਸਵਾਹ, ਆਪਣੇ ਸਿਰ 'ਤੇ ਸਵਾਹ ਮਲਣੀ। ਮਾਊ ਪੀਊ ਕਿਰਤ ਗਵਾਇਨ, ਪਿੱਛੇ ਮਾਂ ਬਾਪ ਨੂੰ ਛੱਡ ਆਇਓ। ਕਹਿੰਦੇ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨੂੰ ਕਿਹੜੇ ਰਾਹ ਛੱਡ ਆਇਓ। ਜੈਨੀਆਂ ਦਾ, ਸਰੇਵੜਿਆਂ ਦਾ ਇਹ ਨੇਮ ਹੁੰਦਾ ਹੈ, ਜਿਸ ਦਿਨ ਘਰੋਂ ਤੁਸੀਂ ਦੀਕਸ਼ਾ ਲੈ ਲਈ ਉਸ ਤੋਂ ਬਾਅਦ ਫਿਰ ਆਪਣੇ ਤੁਸੀਂ ਮਾਂ ਬਾਪ ਦੇ ਮਰਨੇ ਪਰਣੇ 'ਤੇ ਵੀ ਨਹੀਂ ਆ ਸਕਦੇ। ਇੱਥੋਂ ਤੱਕ ਤੁਸੀਂ ਚਿਖਾਂ ਨੂੰ ਲਾਂਬੂ ਵੀ ਨਹੀਂ ਲਾ ਸਕਦੇ। ਫਿਰ ਤੁਸੀਂ ਭੁੱਲ ਗਏ ਕਿ ਤੁਹਾਡੇ ਮਾਂ ਬਾਪ ਵੀ ਨੇ। ਮਹਾਰਾਜ ਕਹਿੰਦੇ ਇਹੋ ਜਿਹੀ ਦੀਕਸ਼ਾ ਦਾ ਕੀ ਫਾਇਦਾ, ਜਿੱਥੇ ਆਪਣੇ ਜੰਮੇ ਹੋਏ ਮਾਂ ਬਾਪ ਜਾਂ ਜਿਨ੍ਹਾਂ ਤੋਂ ਤੁਸੀਂ ਜੰਮੇ ਹੋ, ਜਾਂ ਤੁਸੀਂ ਜਿਹੜਾ ਪਰਿਵਾਰ ਪਿੱਛੇ ਛੱਡ ਕੇ ਆਏ ਹੋ ਫਰਜ਼ਾਂ ਨੂੰ, ਜਾਂ ਤੁਸੀਂ ਆਪਣੇ ਮਾਂ ਬਾਪ ਨੂੰ ਛੱਡ ਕੇ ਆਏ ਹੋ, ਜਾਂ ਤੁਸੀਂ ਵੀ ਕਿਸੇ ਦੇ ਮਾਂ ਬਾਪ ਹੋਣੇ ਹੋ ਸਕਦਾ ਤੁਸੀਂ ਦੀਕਸ਼ਾ ਬਾਅਦ 'ਚ ਲਈ ਹੋਏ। ਕਹਿੰਦੇ ਮਾਊ ਪੀਊ ਕਿਰਤ ਗਵਾਇਨ, ਕੀਤੇ ਫਰਜ਼ਾਂ ਨੂੰ ਗਵਾ ਕੇ ਆ ਗਏ। ਕਾਹਦਾ ਤੁਸੀਂ ਰੱਬ? ਟੱਬਰ ਰੋਵਨ ਧਾਈ, ਟੱਬਰ ਪਿੱਛੋਂ ਰੋਂਦੇ ਨੇ ਧਾਂ ਮਾਰ ਕੇ, ਸਾਨੂੰ ਕੋਈ ਪੁੱਛਣ ਵਾਲਾ ਨਹੀਂ ਜੀ। ਉਹਨਾਂ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੂਏ ਕਿਥਾਉ ਪਾਹੀ, 68 ਤੀਰਥ ਦੇਣ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ। ਕਹਿੰਦੇ ਨਾ ਕੋਈ ਪਿਤਾ ਮਾਤਾ ਦਾ ਪਿੰਡ ਪੱਤਲ ਕਿਰਿਆ ਕਰਨ ਵਾਸਤੇ ਤੁਸੀਂ ਪਹੁੰਚਣਾ, ਨਾ ਦੀਵਾ ਕਰਨਾ, ਨਾ ਦੀਵਾ ਮੂਹੇ ਕਿਥਾਉ ਪਾਹੀ। ਕਹਿੰਦੇ ਕਿੱਥੇ ਮਰੇ ਕਿੱਥੇ ਨਹੀਂ ਜੀਵੇ, ਕੋਈ ਬਿਮਾਰ ਨੇ, ਕੋਈ ਹਾਲ ਚਾਲ ਕੋਈ ਪੁੱਛੋ। ਕਹਿੰਦੇ ਮਰਦ ਦਾ ਫਰਜ਼ ਇਹ ਹੁੰਦਾ ਹੈ, ਬੰਦੇ ਦਾ ਫਰਜ਼ ਇਹ ਹੁੰਦਾ ਹੈ ਕਿ ਉਹ ਤਾਂ 100 ਬੇਗਾਨੇ ਦਾ ਵੀ ਹਾਲ ਲੇ, ਤੁਸੀਂ ਆਪਣੇ ਮਾਂ ਬਾਪ ਨੂੰ ਪਿੱਛੇ ਛੱਡ ਆਇਓ। ਮਹਾਰਾਜ ਕਹਿੰਦੇ ਬਿਲਕੁਲ ਮਨ 'ਚ ਕਰਨਾ ਨਹੀਂ। ਕਿਹੜਾ ਰੱਬ ਖੁਸ਼ੀ ਕਰਨ, ਕਿਹੜੇ ਰੱਬ ਨੂੰ ਖੁਸ਼ ਕਰਨ ਤੁਸੀਂ ਚੱਲੇ ਹੋ? ਘਰ ਵਿੱਚ ਜਿਹੜੇ ਤੁਸੀਂ ਰੱਬ ਛੱਡ ਕੇ ਆਏ ਹੋ ਉਹ ਤਾਂ ਰੱਬ ਨੇ, ਉਹਨਾਂ ਨੂੰ ਛੱਡ ਆਇਓ, ਅਤੇ ਬਾਹਰ ਕਿਹੜੇ ਰੱਬ ਨੂੰ ਤੁਸੀਂ ਲੱਭਣ ਚਲੇ ਹੋਏ ਹੋ? ਮਹਾਰਾਜ ਕਹਿੰਦੇ ਕਿਹੜਾ 68 ਤੀਰਥ ਦੇਣ ਨਾ ਢੋਈ, ਨਾ 68 ਤੀਰਥਾਂ 'ਤੇ ਤੁਸੀਂ ਜਾਂਦੇ ਹੋ, ਨਾ ਨਹਾਉਂਦੇ ਹੋ। ਕਹਿੰਦੇ ਬ੍ਰਾਹਮਣ ਅੰਨ ਨਾ ਖਾਈ, ਨਾ ਕਦੀ ਤੁਸੀਂ ਬ੍ਰਾਹਮਣਾਂ ਨੂੰ ਅੰਨ ਕਰਾਇਆ, ਕਿਉਂਕਿ ਇਹ ਰੀਤ ਹੈ ਜੈਨੀਆਂ ਦੇ ਵਿੱਚ ਸ਼ਵੇਤਾਂਬਰਾਂ ਦੀ। ਮੈਂ ਫਿਰ ਤੁਹਾਨੂੰ ਦੱਸਦਾ, ਸ਼ਵੇਤਾਂਬਰ ਦੀ ਰੀਤ ਵੱਖਰੀ ਹੈ, ਦਿਗੰਬਰ ਦੀ ਰੀਤ ਵੱਖਰੀ ਹੈ। ਸ਼ਵੇਤਾਂਬਰ ਲੋਕ ਆਮ ਜੀਵਨ ਬਤੀਤ ਕਰਦੇ ਨੇ, ਚਿੱਟੇ ਕੱਪੜੇ ਵੀ ਪਾਉਂਦੇ ਨੇ, ਉਹ ਆਮ ਲੋਕਾਂ ਵਰਗੇ ਹੁੰਦੇ ਨੇ। ਪਰ ਜਿਹੜੇ ਦਿਗੰਬਰ ਹੁੰਦੇ ਉਹ ਵੀ ਜੈਨੀ ਹੁੰਦੇ ਨੇ, ਪਰ ਉਹ ਬਿਲਕੁਲ ਉਹੋ ਜਿਹਾ ਜੀਵਨ ਬਤੀਤ ਕਰਦੇ ਨੇ ਜਿਹੜੇ ਗੁਰੂ ਸਾਹਿਬ ਦੱਸ ਰਹੇ ਨੇ ਜੀ। ਸਦਾ ਕੁਚੀਲ ਰਹਿ ਦਿਨ ਰਾਤੀ, ਮੱਥੇ ਟਿਕੇ ਨਾਹੀ, ਚੁੰਡੀ ਪਾਏ ਬਹਿਣ ਨਿਤ ਮਰਣੈ, ਦੜ ਦੀ ਬਾਣ ਨਾ ਜਾਹੀ। ਕੁਚੀਲ ਦਾ ਮਤਲਬ ਨਹਾਉਂਦੇ ਨਹੀਂ ਹੋ ਤੁਸੀਂ, ਪਾਣੀ ਤੋਂ ਸੰਗਾਂਦੇ ਹੋ ਕਿ ਨਹਾਉਣਾ ਕੀ, ਪਿੰਡੇ 'ਚ ਰਾਖ ਹੀ ਮਰ ਲਓ, ਹੋਰ ਕੀ ਕਰਨੀ। ਮਾਰ ਕਹਿੰਦੇ ਨਹਾਉਣਾ ਕਿਉਂ ਨਹੀਂ ਭਾਈ? ਕਹਿੰਦੇ ਨਹੀਂ ਜੀ ਜੀਵ ਜੰਤੂ ਮਰ ਜਾਣਗੇ ਜੀ, ਜੀਵ ਮਰ ਜਾਣਗੇ, ਪਾਣੀ 'ਚ ਜੀਵ ਨੇ, ਪਿੰਡੇ 'ਤੇ ਜੀਵ ਨੇ। ਸਦਾ ਕੁਚੀਲ ਮੈਲੇ ਰਹਿੰਦੇ ਰਹਿ ਦਿਨ ਰਾਤੀ, ਮੱਥੇ ਟਿੱਕੇ ਨਾ ਹੀ। ਕਹਿੰਦੇ ਕੋਈ ਪਵਿੱਤਰ ਕਰਕੇ, ਟਿੱਕੇ ਦਾ ਮਤਲਬ ਹੈ ਕਿ ਭਾਵ ਕਿ ਕੋਈ ਪਵਿੱਤਰਤਾ, ਕੋਈ ਇਸ਼ਨਾਨ, ਕੋਈ ਪੌਣੀ। ਮੱਥੇ ਟਿੱਕੇ ਦਾ ਮਤਲਬ ਤਿਲਕਦਾ ਨਹੀਂ ਹੈ, ਮੱਥੇ ਦੇ ਨੂਰ ਦਾ। ਚਿਹਰੇ 'ਤੇ ਕੋਈ ਨੂਰ ਵੀ ਹੋਣਾ ਚਾਹੀਦਾ, ਕੋਈ ਚਿਹਰੇ ਤੋਂ ਪਤਾ ਵੀ ਲੱਗੇ ਵੀ ਧਰਮੀ ਬੰਦੇ ਹੋ। ਬੁੱਝੜ ਜੇ ਚਿਹਰੇ ਕਾਹਦੇ ਧਰਮੀ ਹੋਣ ਦੀ ਨਿਸ਼ਾਨੀ ਹੈ? ਝੁੰਡੀ ਪਾਏ ਬਹਿ ਨਿਤ ਮਰਣਾ, ਕਹਿੰਦੇ ਐ ਮੁੰਡੀ ਛੱਡ ਕੇ ਆਲਸ ਦੇ ਵਿੱਚ ਪਏ ਰਹਿੰਦੇ ਹੋ, ਤੁਰੇ ਹੋ ਤੇ ਤੁਰੇ ਹੀ ਹੋ, ਬੈਠ ਗਏ ਤੇ ਝੁੰਡੀ। ਫਿਰ ਮੁੰਡੀ ਕਿਉਂ? ਆਲਸ ਹੈ। ਪਾਣੀ ਤੋਂ ਪਰਹੇਜ਼ ਕੀਤਾ ਹੋਇਆ, ਖਾਣਾ ਕੁਝ ਨਹੀਂ, ਪੀਣਾ ਕੁਝ ਨਹੀਂ, ਮੈਲ ਭਰੀ ਹੋਈ ਹੈ। ਕਹਿੰਦੇ ਕੋਈ ਨਾਲ ਲੰਘਦਾ ਵੀ ਬੰਦਾ ਪਰਹੇਜ਼ ਕਰੇ। ਝੁੰਡੀ ਪਾਏ ਬਹਿ ਨਿਤ ਮਰਨਾ, ਐਵੇਂ ਜਿਵੇਂ ਮਰਨਾ ਪੜਨਾ ਪਿਆ ਹੋਇਆ, ਕੋਈ ਮਾਰੀ ਗਿਆ ਹੋਏ।
ਇਵੇਂ ਮੁੰਡੀ ਲਟਕਾਈ। ਦੜ ਦੀ ਬਾਣ ਨਾ ਜਾਹੀ ਮਾਰੇ, ਕਹਿੰਦੇ ਕੋਈ ਰੱਬ ਦਾ ਕੋਈ ਦੀਵਾਨ, ਕੋਈ ਦੜ, ਕਹਿੰਦੇ ਕੋਈ ਤੀਰਥਾਂ ਸਥਾਨਾਂ 'ਤੇ, ਕੋਈ ਥਾਵਾਂ 'ਤੇ ਕੋਈ ਸੰਗਤ ਕਰਨੀ। ਵੈਸੇ ਇੱਥੇ ਸੰਗਤ ਕਹੀ ਹੈ ਕਿ ਬਈ ਪਿੰਡਾਂ 'ਚ ਜਾਓ, ਜੇ ਰੱਬ ਦੀ ਬੰਦਗੀ ਕੀਤੀ, 4 ਬੰਦਿਆਂ ਨੂੰ ਜੋੜੋ, 4 ਬੰਦਿਆਂ ਨੂੰ ਨਾਲ ਬਿਠਾ ਕੇ ਸੰਗਤ ਕਰੋ, ਉਹਨਾਂ ਨੂੰ ਵੀ ਰੱਬ ਦੀ ਗੱਲ ਦੱਸੋ। ਉਹ ਤੇ ਹੈ ਹੀ ਨਹੀਂ ਜੇ। ਲੱਕੀ ਕਾਸੇ ਹੱਥੀਂ ਫੁੰਬਣ, ਅੱਗੋਂ ਪਿੱਛੀ ਜਾਹੀ। ਨਾ ਹੋਏ ਜੋਗੀ ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ। ਦਇਐ ਵਿਗੋਏ ਫਿਰਹਿ ਵਿਗੁੱਤੇ, ਫਿੱਟਾ ਵੱਤੈ ਗੱਲਾਂ। ਲੱਕੀ ਕਾਸੇ ਸਾਰੇ ਲੱਕਾਂ ਨੂੰ ਬਰਾਬਰ ਇੱਕੋ ਲਾਈਨ 'ਚ ਤੁਰਦੇ ਹੈ ਅਤੇ ਲੱਕ ਨੂੰ ਧਾਗਾ ਬਣ ਕੇ ਰੱਖਦੇ ਨੇ ਕਿ ਲਾਈਨ ਨਾ ਟੁੱਟ ਜੇ ਸਾਡੀ। ਭਾਵ ਕਿ ਇੱਕ ਦੇ ਹੱਥ ਦੇ ਵਿੱਚ ਫੁੰਮਣ ਹੁੰਦਾ ਹੈ, ਉਸ ਧਰਤੀ ਨੂੰ ਐਵੇਂ ਝਾੜੂ ਮਾਰਦਾ ਜਾਂਦਾ ਹੈ ਇੱਕ ਬੰਦਾ, ਕਿ ਕੋਈ ਕੀੜਾ ਨਾ ਮਰ ਜੇ ਧਰਤੀ ਥੱਲੇ ਸਾਡੇ ਤੁਰਦਿਆਂ, ਨੰਗੇ ਪੈਰ ਥੱਲੇ ਨਾ ਆ ਜੇ, ਜੁੱਤੀ ਤੇ ਪਾਣਾ ਦੂਰ, ਬਿਲਕੁਲ ਨੰਗੇ ਪੈਰ। ਉਹ ਅੱਗੇ ਫੁੰਮਣ ਝਾੜੂ ਮਾਰਦਾ ਅਤੇ ਉਹਦੇ ਪਿੱਛੇ ਸਾਰੇ ਇੱਕੋ ਹੀ ਵਹੀਰ 'ਚ ਤੁਰਦੇ ਆ ਕਿ ਹੋਰ ਰਸਤੇ 'ਤੇ ਕਿਤੇ ਕੀੜਾ ਨਾ ਮਰ ਜੇ। ਅੱਗੋਂ ਸਾਫ਼ ਕਰ ਦਿੱਤਾ ਲੱਕੀ ਕਾਸੇ ਹੱਥੀ ਫੁੰਮਣ, ਜਿਹਨੂੰ ਅਸੀਂ ਬੁੱਕਰ ਵੀ ਕਹਿ ਦਈਏ, ਜਿਹਨੂੰ ਫੁੰਮਣ ਕਹਿ ਦਈਏ, ਜਾਂ ਮੋਰ ਪੰਖ ਵੀ ਕਹਿ ਦਈਏ। ਉਹ ਧਰਤੀ 'ਤੇ ਫੇਰਨਾ ਕਿ ਕੋਈ ਕੀੜਾ ਨਾ ਹੋਏ। ਅੱਗੋਂ ਪਿੱਛੀ ਜਾਹੀ, ਕਹਿੰਦੇ ਇੱਕੋ ਹੀ ਵਹੀਰ ਕੱਢ ਕੇ ਤੁਰੇ ਹੋਏ ਨੇ। ਸਾਹਿਬ ਜੀ ਕਹਿੰਦੇ ਨਾ ਹੋਏ ਜੋਗੀ ਨਾ ਹੋਏ ਜੰਗਮ, ਨਾ ਜੋਗੀਆਂ ਵਿੱਚ ਨਾ ਜੰਗਮ ਵਿੱਚ, ਨਾ ਹੋਏ ਕਾਜ਼ੀ ਮੁੱਲਾ, ਨਾ ਕੋਈ ਕਾਜ਼ੀ ਨਾ ਕੋਈ ਮੁੱਲਾ। ਭਾਈ ਦੱਸੋ ਕਿਹੜੀ ਆਇਤ ਪੜ੍ਹਨੀ, ਕਿਹੜੀ ਨਮਾਜ਼, ਕੋਈ ਜੋਗੀਆਂ ਦਾ ਧਿਆਨ, ਕੋਈ ਇੱਕ ਤੇ ਗੱਲ ਸਮਝ ਆਏ, ਕੋਈ ਕਿਹੜੇ ਪਾਸੇ ਹੋ। ਦਏ ਵਿਗੋਏ, ਦਏ ਦਾ ਮਤਲਬ ਵਾਹਿਗੁਰੂ ਜੀ ਦੀ ਬੰਦਗੀ, ਵਾਹਿਗੁਰੂ ਜੀ ਦਾ ਪਿਆਰ, ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਇਹਦੇ ਵਿੱਚ ਨਹੀਂ ਹੈ। ਵਾਹਿਗੁਰੂ ਜੀ ਦੀ ਬੰਦਗੀ ਤੇ ਭਗਤ ਨੂੰ ਦੇਖਦਿਆਂ ਹੀ ਪ੍ਰਗਟ ਹੁੰਦੀ ਹੈ। ਮੁੱਲੇ ਨੂੰ ਵੇਖ ਕੇ ਅੱਲਾ 'ਤੇ ਚੇਤੇ ਆਉਂਦਾ, ਜੋਗੀ ਨੂੰ ਵੇਖ ਕੇ ਬੰਦਾ ਦੂਰੋਂ ਅਲਖ 'ਤੇ ਕਹਿੰਦਾ, ਕਾਜ਼ੀ ਨੂੰ ਵੇਖ ਕੇ ਬੰਦਾ ਚਲੋ ਇਹ ਕਹਿੰਦਾ ਕਿ ਕੋਈ ਰੱਬ ਦੀ ਬੰਦਗੀ ਕੋਈ ਆਇਤ ਹੀ ਸੁਣਾਏਗਾ। ਨਾ ਕੋਈ ਤੁਸੀਂ ਕੀ ਵੇਖ ਕੇ ਆਖੀਏ, ਨਾ ਉਹ ਜੋਗੀ ਨਾ ਉਹ ਜੰਗਮਾਂ ਨੂੰ ਵੇਖ ਕੇ ਫਿਰ ਵੀ ਬੰਦਾ ਸ਼ਿਵ ਕਰਦਾ, ਕਿਉਂਕਿ ਜੰਗਮ ਪਾਰਵਤੀ ਜੀ ਦੇ ਬਣਾਏ ਹੋਏ ਨੇ। ਉਹ ਪਾਰਵਤੀ ਦੀ ਬੰਦਗੀ ਦੇ ਵਿੱਚ ਸ਼ਿਵ ਕਿ ਚਲੋ ਸ਼ਿਵ ਕਰੀਏ, ਪਰ ਕੀ ਧਿਆਈਏ, ਕੋਈ ਰੱਬ ਦਾ ਨਾਮ ਤੇ ਦੱਸੋ ਕੀ ਹੈ। ਦਏ ਵਿਗੋਏ ਫਿਰਹਿ ਵਿਗੁੱਤੇ, ਫਿੱਟਾ ਵੱਤੈ ਗੱਲਾਂ। ਮਹਾਰਾਜ ਜੀ ਕਹਿੰਦੇ ਕਿ ਜਿਹੜੀਆਂ ਗੱਲਾਂ ਕੀਤੀਆਂ, ਕਹਿੰਦੇ ਤੁਸੀਂ ਉਹ ਫਿੱਟੇ ਪਏ ਹੋ ਰੱਬ ਦੀਆਂ ਗੱਲਾਂ ਤੋਂ, ਵਿਗੁੱਤੇ ਪਏ ਹੋ ਜੇ। ਜੀਆਂ ਬਾਰ ਜੀਵਾਲੇ ਸੋਈ, ਅਵਰ ਨਾ ਕੋਈ ਰੱਖੈ। ਦਾਨੋ ਤੈ ਇਸ਼ਨਾਨੋ ਵੰਜੇ, ਭਸ ਪਈ ਸਿਰ ਖੁੱਥੈ। ਤੁਸੀਂ ਕਹਿੰਦੇ ਹੋ ਕੋਈ ਜੀ ਨਾ ਮਰ ਜੇ, ਕੋਈ ਜੰਤ ਨਾ ਮਰ ਜੇ। ਮਾਰੇ ਕਹਿੰਦੇ ਜੀਵ ਜੰਤ ਮਾਰਨ ਵਾਲਾ ਸਰੀਰ ਦੇ ਅੰਦਰ ਉਹ ਵਾਹਿਗੁਰੂ ਕਰੋੜਾਂ ਮਾਰ ਰਿਹਾ ਅਤੇ ਕਰੋੜਾਂ ਹੀ ਜਿਵਾ ਰਿਹਾ। ਉਹਦਾ ਕੀ ਕਰੋਗੇ? ਸਾਹ ਲੈ ਰਹੇ ਹੋ, ਕਰੋੜਾਂ ਹੀ ਮਰ ਰਹੇ ਨੇ, ਕਰੋੜਾਂ ਹੀ ਜੀ ਰਹੇ, ਫਿਰ ਸਾਹ ਲੈਣਾ ਵੀ ਛੱਡ ਦਿਓ। ਮਾਰ ਕਹਿੰਦੇ ਉਹਦੇ ਹੱਥ ਹੈ, ਉਹ ਮਾਰਨ ਵਾਲਾ ਜਿਵਾਲਣ ਵਾਲਾ ਉਹੀ ਹੈ, ਹੋਰ ਕੋਈ ਨਹੀਂ ਰੱਖਣ ਵਾਲਾ। ਦਾਨੋ ਤੈ ਇਸ਼ਨਾਨੋ ਵੰਜੇ, ਭਸ ਪਈ ਸਿਰ ਖੁੱਤੈ ਭਾਵ ਸਿਰ ਦੇ ਅੰਦਰ ਭਸਮ ਪਈ। ਕਹਿੰਦੇ ਇਹ ਕਾਹਦਾ ਜੀਵਨ ਹੋਇਆ ਜੇ। ਪਾਣੀ ਵਿੱਚੋਂ ਰਤਨ ਉਪੰਨੇ, ਮੇਰ ਕੀਆ ਮਾਧਾਣੀ। 68 ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ। ਪਾਣੀ ਵਿੱਚੋਂ ਰਤਨ ਉਪੰਨੇ, ਤੁਸੀਂ ਪਾਣੀ ਤੋਂ ਸੰਗਾਉਂਦੇ ਹੋ, ਨਾ ਨਹਾਉਂਦੇ ਹੋ ਨਾ ਕੁਛ। ਮਹਾਰਾਜ ਕਹਿੰਦੇ ਪਾਣੀ ਵਿੱਚੋਂ ਕਿੰਨੇ ਕੁ ਰਤਨ ਉਪਦੇ ਨੇ। ਮੇਰ ਕੀਆ ਮਧਾਣੀ, ਇੱਥੋਂ ਤੱਕ ਦੇਵਤਿਆਂ ਨੇ ਪਾਣੀ ਵਿੱਚ ਹੀ ਮਧਾਣੀ ਫੇਰ ਕੇ ਰਤਨ ਕੱਢੇ ਸਨ। 68 ਤੀਰਥ ਦੇਵੀ ਥਾਪੇ, ਪਾਣੀ ਵਿੱਚੋਂ ਹੀ 68 ਤੀਰਥ ਥਾਪੇ ਗਏ ਨੇ ਇਸ ਧਰਤੀ ਦੇ ਸਨਾਤਨ ਧਰਮ ਦੇ ਦੇਵੀ ਦੇਵਤੇ। ਪੁਰਬੀ ਲੱਗਾ ਬਾਣੀ, ਉੱਥੇ ਲੋਕ ਜਾ ਕੇ ਬੈਠ ਕੇ ਕੋਈ ਵੇਦਾਂ ਸ਼ਾਸਤਰਾਂ ਦੀ ਬਾਤਾਂ ਕਰਦੇ ਨੇ ਜੇ। ਨਾਏ ਨਿਵਾਜਾ ਨਾਤੈ ਪੂਜਾ, ਨਾਵਣ ਸਦਾ ਸੁਜਾਣੀ। ਮੋਇਆ ਜੀਵਨ ਦਿਆਂ ਗਤ ਹੋਵੇ, ਜਾਂ ਸਿਰ ਪਾਈਐ ਪਾਣੀ। ਨਹਾਏ ਨਿਵਾਜਾਂ, ਨਹਾ ਕੇ ਹੀ ਬੰਦਾ ਨਿਵਾਜ ਪੜ੍ਹਦਾ। ਇੱਕ ਮੁੱਲਾ ਇੱਕ ਕਾਜ਼ੀ। ਨਹਾਤਾ ਪੂਜਾ, ਇੱਕ ਸਨਾਤਨੀ ਨਹਾ ਕੇ ਹੀ ਪੂਜਾ ਕਰਦਾ ਰੱਬ ਦੀ। ਨਹਾਵਨ ਸਦਾ ਸੁਜਾਣੀ, ਹਰ ਇੱਕ ਸਿਆਣਾ ਪੁਰਖ ਨਹਾਉਂਦਾ ਹੈ। ਕਿਉਂ? ਨਹਾਉਣ ਨਾਲ ਆਲਸ ਦੂਰ ਹੁੰਦਾ ਹੈ, ਨਹਾਉਣ ਨਾਲ ਰੱਬ ਦੀ ਬੰਦਗੀ ਹੁੰਦੀ ਹੈ। ਨਹਾਉਣਾ ਬਹੁਤ ਜ਼ਰੂਰੀ ਹੈ ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ। ਤੁਸੀਂ ਪਾਣੀ ਤੋਂ ਸੰਘਾਉਂਦੇ ਹੋ। ਮੋਇਆ ਜੀਵਨ ਦਿਆਂ ਗਤ ਹੋਵੇ, ਜਾਂ ਸਿਰ ਪਾਈਐ ਪਾਣੀ। ਕਹਿੰਦੇ ਮੋਇਆਂ 'ਤੇ ਜੀਵਣਾ ਵੀ ਸਾਡਾ ਪ੍ਰਵਾਨ ਨਹੀਂ। ਕਿਉਂ? ਕਿਉਂਕਿ ਜ਼ਿੰਦਗੀ ਕਿਆ ਹੈ, ਆ ਕੇ ਨਹਾਣਾ ਔਰ ਨਹਾ ਕੇ ਜਾਣਾ। ਕਹਿੰਦੇ ਜਨਮਦਾ ਵੀ ਬੰਦਾ ਹੈ ਅਤੇ ਉਹਨੂੰ ਵੀ ਨਵਾਇਆ ਜਾਂਦਾ ਬੱਚੇ ਨੂੰ,
ਉਹ ਨਰਸਾਂ ਨਵਾਉਂਦੀਆਂ ਨੇ। ਬੰਦਾ ਇੱਥੋਂ ਮੋਂਦਾ ਲੋਕੀ ਉਹਨੂੰ ਨਵਾ ਕੇ ਤੋਰਦੇ ਨੇ। ਸਾਡੀ ਧਰਤੀ ਦੀ ਰੀਤ ਹੈ ਨਵਾਉਣਾ। ਕਹਿੰਦੇ ਮੋਇਆਂ ਜੀਵੀਆਂ ਨੂੰ ਵੀ ਨਵਾਇਆ ਜਾਂਦਾ ਹੈ, ਤੁਸੀਂ ਤੁਰਦੇ ਫਿਰਦੇ ਨਹੀਂ ਨਹਾਉਂਦੇ, ਜਿਉਂਦੇ ਨਹੀਂ ਨਹਾਉਂਦੇ, ਕੀ ਕਰੀਏ ਜੀ। ਨਾਨਕ ਸਿਰ ਖੁੱਥੇ ਸ਼ੈਤਾਨੀ, ਇਨਾ ਗੱਲ ਨਾ ਪਾਣੀ। ਉੱਠੈ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ। ਸਿਰ ਖੁੱਤੇ, ਸਿਰ ਵਿੱਚ ਭਸਮ ਪਾਈ ਹੈ। ਸ਼ੈਤਾਨੀ ਦੀ ਗੱਲ ਹੀ ਨਹੀਂ ਮੰਨਦੇ, ਕੋਈ ਗੱਲ ਮੰਨੀ ਨਹੀਂ। ਕਹਿੰਦੇ ਉੱਠਿਆ ਹੋਇਆ ਮੀਂਹ ਵਰਸਦਾ ਹੈ ਨਾ, ਬਿਲਾਵਲ ਐਂ ਖੇੜਾ ਖਿੜ ਜਾਂਦਾ। ਕਹਿੰਦੇ ਕਦੀ ਸਿਰ 'ਚ ਪਾਣੀ ਪਾ ਕੇ ਦੇਖੋ, ਫਿਰ ਰੱਬ ਦੀ ਬੰਦਗੀ ਕਰੋ। ਕਹਿੰਦੇ ਐਂ ਖੇੜਾ ਆਏਗਾ ਮਨ ਦੇ ਵਿੱਚ ਕਿ ਇਸ਼ਨਾਨਾਂ ਦੇ ਸਣੇ ਮਾਰੇ। ਕਹਿੰਦੇ ਬਿਲਾਵਲ, ਕਹਿੰਦੇ ਇਹ ਧਰਤੀ ਦੇ ਉੱਤੇ ਵੀ ਜਦ ਪਾਣੀ ਪੈਂਦਾ ਹੈ, ਕਹਿੰਦੇ ਖੇੜਾ ਆਉਂਦਾ ਹੈ। ਜੀ ਜੁਗਤ ਸਮਾਣੀ, ਜੀਆਂ ਜੁਗਤ ਸਮਾਣੀ। ਕਹਿੰਦੇ ਬੜੀ ਇੱਥੇ ਜੁਗਤੀ, ਇੱਥੇ ਬੜਾ ਕੁਝ ਬਣਦਾ ਹੈ ਜੀ। ਬੁੱਠੇ ਅੰਨ ਕਮਾਦ ਕਪਾਹਾਂ, ਸਭ ਸੇ ਪੜਦਾ ਹੋਵੇ। ਬੁੱਠੇ ਘਾ ਚਰੈ ਨਿਤ ਸੁਰਹੀ, ਸਾ ਤਨ ਦਹੀਂ ਵਿਲੋਵੇ। ਬੁੱਠੇ ਦਾ ਮਤਲਬ ਮੀਂਹ ਵਰਸਣਾ। ਮੀਂਹ ਵਰਸਦਾ ਤੇ ਅੰਨ ਹੁੰਦਾ ਹੈ, ਕਮਾਦ ਹੁੰਦਾ ਹੈ, ਚੌਲ ਹੁੰਦੇ ਆ, ਕਪਾਹ ਹੁੰਦੀ ਹੈ, ਤੇ ਕਪਾਹ ਦੇ ਫਿਰ ਕੱਪੜੇ ਬਣਦੇ ਆ। ਲੋਕੀ ਕੱਪੜੇ ਨਾਲ ਪਿੰਡੇ ਢੱਕਦੇ ਆ। ਭਾਈ ਪਿੰਡਾ ਵੀ ਢੱਕੋ। ਉੱਠੈ ਘਾਹ ਚਰਹਿ ਨਿਤ ਸੁਰਹੀ। ਕਹਿੰਦੇ ਜਦ ਮੀਂਹ ਪੈਂਦਾ, ਸੁਰਹੀ ਦਾ ਮਤਲਬ ਹੈ ਘਾਹ ਗਾਂ ਜਿਹੜੀ ਘਾਹ ਚਰਦੀ ਹੈ। ਉੱਠੈ ਘਾਹ ਚਰਹਿ ਨਿਤ ਸੁਰਹੀ। ਗਾਂ ਜਿਹੜੀ ਹੈ ਉਹ ਮੀਂਹ ਪੈਣ 'ਤੇ ਘਾਹ ਹੁੰਦਾ ਤੇ ਗਾਂ ਚਰਦੀ ਹੈ। ਫਿਰ ਉਹ ਦੁੱਧ ਵੀ ਦਿੰਦੀ ਹੈ। ਫਿਰ ਦੁੱਧ ਵਿੱਚੋਂ ਫਿਰ ਲੱਸੀ ਮੱਖਣ ਬਣਦੇ ਆ। ਸਾਹ ਧਨ ਦਹੀਂ ਵਿਲੋਵੈ। ਪਾਣੀ ਕਿੱਡੀ ਕੀਮਤੀ ਚੀਜ਼ ਹੈ ਜੀਵਨ ਲਈ। ਮਹਾਰਾਜ ਕਹਿੰਦੇ ਜੀ, ਤਿਤ ਕੇ ਹੋਮ ਜਗ ਸਦ ਪੂਜਾ, ਪਇਐ ਕਾਰਜ ਸੋ ਹੈ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਤ ਵਡਿਆਈ। ਨਾਨਕ ਜੇ ਸਿਰ ਖੁੱਥੇ ਨਾਵਣ, ਨਾਹੀ ਤਾਂ ਸਤ ਚੱਟੇ ਸਿਰ ਛਾਈ। ਸਤਿਗੁਰੂ ਨਾਨਕ ਸਾਹਿਬ ਕਹਿੰਦੇ ਆ, ਜੇ ਮੀਂਹ ਨਾ ਵਰਸਦਾ ਤੇ ਘਾਹ ਨਾ ਹੁੰਦਾ। ਜੇ ਘਾਹ ਨਾ ਹੁੰਦਾ ਤੇ ਗਾਂ ਕੀ ਖਾਂਦੀ। ਜੇ ਗਾਂ ਨਹੀਂ ਕੁਝ ਖਾਂਦੀ ਫਿਰ ਦੁੱਧ ਕਿਵੇਂ ਦਿੰਦੀ। ਜੇ ਦੁੱਧ ਨਾ ਹੁੰਦਾ ਰਿੜਕ ਕੇ ਫਿਰ ਮੱਖਣ, ਜੇ ਮੱਖਣ ਨਾ ਹੁੰਦਾ ਫਿਰ ਘਿਓ ਕਿਵੇਂ ਬਣਦਾ। ਜੇ ਘਿਓ ਹੀ ਨਾ ਹੁੰਦਾ ਤੇ ਫਿਰ ਯੱਗ ਕਿੱਥੇ ਹੁੰਦੇ, ਕਿਉਂਕਿ ਯੱਗ ਵਿੱਚ ਤੇ ਘਿਓ ਹੀ ਪੈਂਦਾ। ਮਹਾਰਾਜ ਕਹਿੰਦੇ ਦੱਸੋ ਇਹ ਹੁਣ ਪਾਣੀ ਨੂੰ ਤੁਸੀਂ ਬੁਰਾ ਕਹਿੰਦੇ ਹੋ। ਤਿਤ ਘੇ ਹੋਮ ਜਗ ਸਦ ਪੂਜਾ, ਪਾਈਐ ਕਾਰਜ ਸੋ ਹੈ। ਉਹ ਕਾਰਜ ਘਿਓ ਨਾਲ ਹੀ ਹੁੰਦੇ ਨੇ, ਤੇ ਘਿਓ ਕਿੱਥੋਂ ਬਣਦਾ? ਪਾਣੀ ਤੋਂ ਹੀ। ਮੂੜ ਤੇ ਪਾਣੀ ਹੈ। ਗੁਰੂ ਸਮੁੰਦ ਨਦੀ ਸਭ ਸਿੱਖੀ। ਗੁਰੂ ਵੀ ਸਮੁੰਦਰ ਦੇ ਸਮਾਨ ਹੈ, ਤੇ ਗੁਰੂ ਦੀਆਂ ਸਿੱਖੀਆਂ ਇਹ ਨਦੀਆਂ ਦੀ ਤਰ੍ਹਾਂ ਵਹਿ ਰਹੀਆਂ ਨੇ। ਨਹਾਤਾ ਜਿਤ ਵਡਿਆਈ, ਜਿਹੜਾ ਗੁਰੂ ਦੀ ਸਿੱਖਿਆ ਵਿੱਚ ਨਹਾਉਂਦਾ ਹੈ ਉਹ ਵਡਿਆਈ ਪ੍ਰਾਪਤ ਕਰਦਾ। ਨਾਨਕ ਜੇ ਸਿਰ ਖੁੱਤੇ ਨਹਾਵਨ, ਕਹਿੰਦੇ ਜੇ ਐਵੇਂ ਤੁਸੀਂ ਤੁਰੇ ਹੋਏ ਹੋ, ਜੇ ਗੁਰੂ ਦੇ ਸ਼ਬਦ ਦੇ ਵਿੱਚ ਨਹਾਵਨ ਨਾ ਹੀ, ਜੇ ਐਵੇਂ ਤੁਸੀਂ ਪਾਣੀ ਤੋਂ ਨਹਾਉਂਦੇ ਨਹੀਂ, ਤਾਂ 7 ਚੱਟੇ ਸਿਰ ਛਾਈ। ਕਹਿੰਦੇ 7 ਵਾਰੀ ਫਿਰ ਤੁਹਾਡੇ ਸਿਰ 'ਤੇ ਸਵਾਈ ਹੈ। 7 ਦਾ ਮਤਲਬ ਗਿਣਤੀ ਦੀ। ਕਹਿੰਦੇ ਫਿਰ ਜੇ ਨਹੀਂ ਸਮਝਣਾ ਤਾਂ ਫਿਰ ਕੌਣ ਸਮਝਾਏ। ਸਮੇਂ ਦੀ ਸਮਾਪਤੀ ਹੈ ਜੀ। ਕੱਲ੍ਹ ਨੂੰ ਬਾਕੀ ਸ਼ਬਦਾਂ ਦੀ ਅਗਲੇ ਸਲੋਕਾਂ ਅਤੇ ਪੌੜੀਆਂ ਦੀ ਵਿਚਾਰ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਬਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।
ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਸ ਦੀਆਂ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਟ ਭਾਗੀ ਹੋ ਸਗਲੇ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖਿਲ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।